ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੂਨ 1984 ਦਾ ਘੱਲੂਘਾਰਾ ਸਿੱਖ ਕੌਮ ਉੱਪਰ ਇੱਕ ਕਹਿਰ ਬਣ ਕੇ ਆਇਆ, ਜਿੱਥੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ। ਉੱਥੇ ਹਰਮੰਦਰ ਸਾਹਿਬ ਅਤੇ 37 ਹੋਰ ਇਤਿਹਾਸਕ ਗੁਰਦੁਆਰਿਆਂ ਉੱਪਰ ਹਮਲਾ ਕਰਕੇ ਨਿਰਦੋਸ਼ ਸਿੱਖਾਂ ਨੂੰ, ਨਿਰਦੋਸ਼ ਸ਼ਰਧਾਲੂਆਂ ਨੂੰ, ਜਿਨ੍ਹਾਂ ਦੇ ਵਿੱਚ ਬੱਚੇ ਬਜ਼ੁਰਗ ਸ਼ਾਮਲ ਸਨ, ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਅਜਿਹੀ ਦੁਨੀਆ ਦੇ ਇਤਿਹਾਸ ਦੇ ਵਿੱਚ ਪਹਿਲੀ ਘਟਨਾ ਹੋਵੇਗੀ ਕਿ ਆਪਣੇ ਹੀ ਦੇਸ਼ ਦੀਆਂ ਫੌਜਾਂ ਵੱਲੋਂ ਆਪਣੇ ਹੀ ਦੇਸ਼ ਦੇ ਨਾਗਰਿਕਾਂ ਨੂੰ ਫੌਜਾਂ ਚੜਾ ਕੇ ਮਰਵਾਇਆ ਗਿਆ ਹੋਵੇ, ਅਤੇ ਉਹ ਵੀ ਬਿਨਾਂ ਕਿਸੇ ਗੰਭੀਰ ਕਾਰਨਾਂ ਤੋਂ, ਬਿਨਾਂ ਕਿਸੇ ਕਾਰਨਾਂ ਦੇ ਉੱਥੇ ਹਮਲਾ ਕੀਤਾ। ਅਤੇ ਜੋ ਸ਼ਰਧਾਲੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਪੁਰਬ ਉੱਪਰ ਉੱਥੇ ਸ਼ਰਧਾ ਦੇ ਫੁੱਲ ਲੈ ਕੇ ਗਏ ਸਨ, ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਅਜਿਹੀਆਂ ਜੋ ਚਰਚਾ ਹਨ 1984 ਦੇ ਘੱਲੂਘਾਰੇ ਦੇ ਉੱਪਰ ਬਹੁਤ ਵਾਰ ਸਾਡੇ ਮਾਨਯੋਗ ਜੋ ਬੁੱਧੀਜੀਵੀ ਹਨ, ਲੇਖਕ ਹਨ, ਉਹਨਾਂ ਦੇ ਨਾਲ ਵੱਖ-ਵੱਖ ਰੂਪਾਂ ਦੇ ਵਿੱਚ ਅਸੀਂ ਕਰ ਚੁੱਕੇ ਹਾਂ। ਸੋ ਅੱਜ ਸਾਡੇ ਨਾਲ ਸੰਗਤ ਟੈਲੀਵਿਜ਼ਨ ਸਟੂਡੀਓ ਪੈਰਿਸ ਵਿੱਚ ਸਿੱਖ ਕੌਮ ਦੇ ਮਹਾਨ ਚਿੰਤਕ, ਮਹਾਨ ਬੁੱਧੀਜੀਵੀ ਮੇਰੀ ਮੁਰਾਦ ਡਾਕਟਰ ਸੁਖਪ੍ਰੀਤ ਸਿੰਘ ਜੀ ਉਦੋਕੇ, ਜੋ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਹਨ। ਅਸੀਂ ਉਹਨਾਂ ਦੇ ਨਾਲ ਇਹ ਚਰਚਾ ਕਰਾਂਗੇ ਕਿ ਕੀ ਕਾਰਨ ਸੀ 1984 ਦੇ ਜੋ ਬਲੂ ਸਟਾਰ ਆਪਰੇਸ਼ਨ ਦੇ। ਸੋ ਡਾਕਟਰ ਸਾਹਿਬ, ਤੁਹਾਡਾ ਸੰਗਤ ਟੈਲੀਵਿਜ਼ਨ ਦੇ ਸਟੂਡੀਓ ਪੈਰਿਸ ਵਿੱਚ ਸਵਾਗਤ ਹੈ। ਜੀ ਆਇਆਂ ਨੂੰ। ਆਓ ਫਤਿਹ ਦੀ ਸਾਂਝ ਸੰਗਤਾਂ ਦੇ ਨਾਲ ਪਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 1984 ਦੀ ਗੱਲ ਜਦੋਂ ਵੀ ਕਿਸੇ ਵੀ ਸਿੱਖ ਦੇ ਦਿਲ ਦੇ ਵਿੱਚ ਆਉਂਦੀ ਹੈ ਤਾਂ ਹਰ ਇੱਕ ਸਿੱਖ ਦੇ ਲੂੰ ਕੰਡੇ ਖੜੇ ਹੋ ਜਾਂਦੇ ਹਨ। ਹਜ਼ਾਰਾਂ ਨਿਰਦੋਸ਼ ਸਿੱਖਾਂ ਨੂੰ, ਜਿਨ੍ਹਾਂ ਦੇ ਵਿੱਚ ਛੋਟੇ-ਛੋਟੇ ਬੱਚੇ, ਸਾਡੀਆਂ ਮਾਤਾਵਾਂ, ਸਾਡੀਆਂ ਭੈਣਾਂ, ਸਾਡੇ ਬਜ਼ੁਰਗ, ਜਿਨ੍ਹਾਂ ਨੂੰ ਫੌਜਾਂ ਨੇ ਘੇਰ ਕੇ ਬੜੀ ਪ੍ਰੀ ਪਲੈਨਿੰਗ ਸਾਜ਼ਿਸ਼ ਦੇ ਨਾਲ ਮਾਰਿਆ। ਅਸੀਂ ਅੱਜ ਆਪਣੇ ਸਰੋਤਿਆਂ ਦੇ ਨਾਲ ਇਹ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਦੇ ਹਾਂ ਕਿ ਯੂਰਪ ਦੇ ਵਿੱਚ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਇਸ ਗੱਲ ਤੋਂ ਅਣਜਾਣ ਹੈ ਕਿ 1984 ਦੇ ਵਿੱਚ ਜੋ ਕੁਝ ਹੋਇਆ, ਕਿਉਂ ਹੋਇਆ ਅਤੇ ਉਸ ਦੇ ਮੁੱਖ ਕਾਰਨ ਕੀ ਸਨ। ਕਈ ਗਲਤਫਹਿਮੀਆਂ ਮੀਡੀਆ ਦੇ ਰਾਹੀਂ ਉਹਨਾਂ ਦੇ ਮਨਾਂ ਦੇ ਵਿੱਚ ਪਾਈਆਂ ਜਾਂਦੀਆਂ ਹਨ। ਅਸੀਂ ਉਹਨਾਂ ਸਾਰੀਆਂ ਗੱਲਾਂ ਦੇ ਜਵਾਬ ਦੇ ਲਈ ਅੱਜ ਚਰਚਾ ਕਰਾਂਗੇ। ਡਾਕਟਰ ਸਾਹਿਬ, ਕੀ ਤੁਸੀਂ ਮਹਿਸੂਸ ਕਰਦੇ ਹੋ ਕਿ 1984 ਦਾ ਜੋ ਬਲੂ ਸਟਾਰ ਆਪਰੇਸ਼ਨ ਹੋਇਆ, ਇਹ ਕਿਉਂ ਹੋਇਆ ਤੇ ਕੀ ਇਹ ਹੋਣਾ ਜ਼ਰੂਰੀ ਸੀ? ਇਸ ਦੇ ਕੀ ਮੁੱਖ ਕਾਰਨ ਸਨ? ਵੇਖੋ ਵੀਰ ਜੀ, ਜਦੋਂ ਅਸੀਂ ਇਸ ਘੱਲੂਘਾਰੇ ਦੀ ਗੱਲ ਕਰਦੇ ਹਾਂ ਤਾਂ ਇਹਦਾ ਪਿਛੋਕੜ ਜਦੋਂ ਅਸੀਂ ਵੇਖਦੇ ਹਾਂ ਤਾਂ ਇੰਜ ਲੱਗਦਾ ਹੈ ਕਿ ਇਹ ਦੋ ਵਿਚਾਰਧਾਰਾਵਾਂ ਦੀ ਜੰਗ ਹੈ, ਜਿਹੜੀ ਹਰ ਪੜਾਅ ਦੇ ਉੱਪਰ ਲੜੀ ਜਾਂਦੀ ਰਹੀ ਹੈ। ਇੱਕ ਉਹ ਵਿਚਾਰਧਾਰਾ ਹੈ ਜਿਹੜੀ ਆਮ ਲਕਾਈ ਨੂੰ ਜਾਤਾਂ ਪਾਤਾਂ 'ਚ ਵੰਡ ਕੇ ਆਪਣੇ ਆਪ ਨੂੰ ਸਵਰਨਵਾਦੀ ਕਹਿ ਕੇ ਉਹਨਾਂ ਤੇ ਰਾਜ ਕਰਨਾ ਚਾਹੁੰਦੀ ਹੈ। ਦੂਜੀ ਵਿਚਾਰਧਾਰਾ ਇਹ ਹੈ ਜਿਹੜੀ ਉਸ ਦੱਬੇ ਕੁਚਲੇ ਲੋਕਾਂ ਨੂੰ ਰਾਜ ਤੇ ਬਿਠਾ ਕੇ ਸਰਬ ਸਾਂਝੇ ਰਾਜ ਦੀ ਗੱਲ ਕਰਨਾ ਚਾਹੁੰਦੇ ਨੇ। ਸੋ ਦਰਅਸਲ ਜਦੋਂ ਅਸੀਂ ਪਿਛੋਕੜ ਵੱਲ ਜਾਂਦੇ ਹਾਂ ਤਾਂ ਇਹ ਇੱਕ ਵਿਚਾਰਧਾਰਕ ਜੰਗ ਹੈ। ਜਦੋਂ ਅਸੀਂ ਇਹਦਾ ਪਿਛੋਕੜ ਵੇਖਦੇ ਹਾਂ ਤਾਂ ਮੇਰੇ ਖਿਆਲ ਦੇ ਨਾਲ ਇਸ ਪਿਛੋਕੜ ਦੀ ਨੀਂਹ ਉਦੋਂ ਹੀ ਵੱਜ ਜਾਂਦੀ ਹੈ ਜਦੋਂ ਭਰੇ ਹੋਏ ਕੁਟੰਬ ਦੇ ਵਿੱਚ, ਕਬੀਲੇ ਦੇ ਵਿੱਚ ਜਾਂ ਆਪਣੇ ਸਾਕਾ ਸਰਬੰਧੀਆਂ ਤੇ ਸਮਾਜਿਕ ਰਿਸ਼ਤੇਦਾਰੀਆਂ ਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ, ਜਿਹੜੇ ਸਿੱਖ ਧਰਮ ਦੇ ਜਨਮਦਾਤਾ ਨੇ, ਜਦੋਂ ਜਨੇਊ ਪਾਉਣ ਤੋਂ ਇਨਕਾਰ ਕਰ ਦਿੰਦੇ ਨੇ। ਮੇਰੇ ਖਿਆਲ ਨਾਲ ਵਿਚਾਰਧਾਰਕ ਲੜਾਈ ਦਾ ਜਿਹੜਾ ਆਰੰਭ ਹੈ ਉਹ ਉਸ ਵੇਲੇ ਹੋ ਜਾਂਦਾ ਹੈ ਕਿ ਜਦੋਂ ਗੁਰੂ ਪਾਤਸ਼ਾਹ ਇੱਕ ਅਕਾਲ ਦੀ ਤੇ ਅਦਵੈਤਵਾਦ ਦੀ ਗੱਲ ਕਰਦੇ ਨੇ, ਦੂਜੇ ਪਾਸੇ ਤੇ ਕਰਮਕਾਂਡਾਂ ਤੇ ਲੋਕਾਂ ਨੂੰ ਉਲਝਾਇਆ ਜਾ ਰਿਹਾ ਹੈ। ਹੁਣ ਇਹਨਾਂ ਦੋਹਾਂ ਵਿਚਾਰਧਾਰਾਵਾਂ ਦੇ ਵਿੱਚ ਅੰਤਰ ਇਹ ਹੈ ਕਿ ਇੱਕ ਪਾਸੇ ਤਾਂ ਲੋਕਾਈ ਦਾ ਸ਼ੋਸ਼ਣ ਹੈ ਧਰਮ ਦੇ ਨਾਂ ਤੇ ਜਿਹੜੀ ਦੂਜੀ ਵਿਚਾਰਧਾਰਾ ਉੱਪਰ ਰਹੀ ਹੈ, ਜਿਸਨੂੰ ਅਸੀਂ ਸੁਧਾਰਵਾਦੀ ਵਿਚਾਰਧਾਰਾ ਕਰਾਂਗੇ, ਉਹ ਜਿਹੜੀ ਵਿਚਾਰਧਾਰਾ ਉਹ ਹੈ ਕਿ ਲੋਕਾਈ ਦਾ ਸ਼ੋਸ਼ਣ ਨਹੀਂ ਹੋਣ ਦੇਣਾ, ਬਲਕਿ ਸਰੋਤਾਂ ਦੀ ਵੰਡ ਕਰਨੀ ਹੈ, ਜਿੱਥੇ ਅਸੀਂ ਕਹਿੰਦੇ ਕਿ ਸਭੇ ਸਾਂਝੀ ਵਾਲਸਦਾਨ, ਤੂੰ ਕਿਸੇ ਨਾ ਦੀ ਸੇਵਾਰਾ ਜੀਓ। ਸੋ ਇਹ ਜੰਗ ਤਾਂ ਹੈ ਵਿਚਾਰਧਾਰਾਵਾਂ ਦੀ। ਇਹਦਾ ਜਿਹੜਾ ਉਹ ਰੂਪ ਹੈ, ਚਾਹੇ ਚੰਦੂ ਦੇ ਰੂਪ ਦੇ ਵਿੱਚ, ਚਾਹੇ ਗੰਗੂ ਦੇ ਰੂਪ ਦੇ ਵਿੱਚ, ਚਾਹੇ ਪਹਾੜੀ ਰਾਜਿਆਂ ਦੇ ਰੂਪ ਦੇ ਵਿੱਚ, ਜਾਂ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੇ ਪੀਰੀਅਡ ਦੇ ਵਿੱਚ ਗੰਡਾਮਲ ਦੇ ਰੂਪ ਦੇ ਵਿੱਚ, ਸੁੱਚਾ ਨੰਦ ਦੇ ਰੂਪ ਦੇ ਵਿੱਚ, ਲਗਾਤਾਰ ਇੱਕ ਸਾਰਤਾ ਦੇ ਵਿੱਚ ਤੁਰਿਆ ਹੁੰਦਾ। ਪਰ ਜਦੋਂ ਆ ਕੇ ਸਿੱਖ ਰਾਜ 18ਵੀਂ ਸਦੀ ਦੇ ਮਹਾਨ ਸੰਘਰਸ਼ ਤੋਂ ਬਾਅਦ ਹੋਣ ਦੇ ਵਿੱਚ ਆਉਂਦਾ ਤਾਂ ਉਦੋਂ ਵੀ ਇਹ ਵਿਚਾਰਧਾਰਾ ਜਿਹੜੀ ਹੈ ਇਹ ਚੁੱਪ ਨਹੀਂ ਬੈਠੀ। ਇਹਨਾਂ ਨੇ ਡੋਗਰਿਆਂ ਦੇ ਰੂਪ ਦੇ ਵਿੱਚ,
ਆਪਣੀ ਵਿਚਾਰਧਾਰਾ ਦਾ ਜਿਹੜਾ ਪ੍ਰਵਾਹ ਸੀਗਾ ਉਹ ਸਿੱਖ ਰਾਜ ਦੀ ਖਾਲਸਾਈ ਵਿਚਾਰਧਾਰਾ ਉੱਪਰ ਕੀਤਾ। ਇਹ ਗੱਲ ਠੀਕ ਹੈ ਕਿ ਕੁਝ ਹਾਲਾਤ ਇਵੇਂ ਦੇ ਬਣੇ ਕਿ ਕਹਿ ਸਕਦੇ ਹਾਂ ਕਿ ਜਿੱਥੇ ਸਾਨੂੰ ਅੰਗਰੇਜ਼ਾਂ ਦੇ ਨਾਲ ਕਈ ਫਰੰਟਾਂ ਦੇ ਉੱਪਰ ਲੜਨਾ ਪਿਆ, ਉੱਥੇ ਇਸ ਵਿਚਾਰਧਾਰਾ ਦੇ ਲੋਕਾਂ ਵੱਲੋਂ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਅੰਦਰ ਜਿਹੜੀ ਪੈਦਾ ਕੀਤੀ ਗਈ ਫੁੱਟ ਸੀ, ਉਹਨੇ ਵੀ ਉਸ ਰਾਜ ਨੂੰ ਜਰਜਰਾ ਕਰ ਦਿੱਤਾ ਗਿਆ। ਰਾਜ ਗਿਆ, ਉਸ ਰਾਜ ਜਾਣ ਦੇ ਵਿੱਚ ਜਿਹੜੀਆਂ ਲੜਾਈਆਂ, ਚਾਹੇ ਉਹ ਸਭਰਾਵਾਂ ਦੀ ਜੰਗ, ਚਾਹੇ ਉਹ ਚੇਲਿਆਣੇ ਦੀ ਜੰਗ, ਚਾਹੇ ਉਹ ਗੁਜਰਾਤ ਦੀ ਜੰਗ, ਚਾਹੇ ਉਹ ਮੁਦਕੀ ਦੀ ਜੰਗ, ਇਹਨਾਂ ਚੌਹਾਂ ਜੰਗਾਂ ਦਾ ਜੇ ਅਸੀਂ ਅਧਿਆਤਮਕ ਤੌਰ ਤੁਲਨਾਤਮਕ ਤੌਰ ਤੇ ਅਧਿਐਨ ਕਰਦੇ ਹਾਂ ਤਾਂ ਤੁਸੀਂ ਵੇਖੋਗੇ ਕਿ ਅੰਗਰੇਜ਼ਾਂ ਦੇ ਵੱਲੋਂ ਜਿਹੜੀਆਂ ਇਨਫੈਂਟਰੀਜ਼ ਜਿਸ ਤਰ੍ਹਾਂ 71, 74, ਇਸ ਤੋਂ ਇਲਾਵਾ ਹੋਰ ਜਿਹੜੀਆਂ ਉਹਦੀਆਂ ਫੋਰਸ ਲੜੀਆਂ, ਉਹ ਸਾਰੀਆਂ ਹੀ ਹਿੰਦੁਸਤਾਨ ਦੇ ਪੂਰਬੀ ਭਈਏ ਜਿਹੜੇ ਸਿੱਖਾਂ ਦੇ ਖਿਲਾਫ ਲੜੇ। ਅੰਗਰੇਜ਼ ਫੌਜ ਦੀ ਗਿਣਤੀ ਬਹੁਤ ਘੱਟ ਸੀ। ਉਸ ਤੋਂ ਬਾਅਦ ਜਦੋਂ 1857 ਦੀ ਗੱਲ ਆਉਂਦੀ ਹੈ, ਜਦੋਂ ਆਜ਼ਾਦੀ ਦਾ ਸੰਘਰਸ਼ ਸ਼ੁਰੂ ਹੁੰਦਾ ਹੈ, ਤਾਂ ਉਸ ਸੰਘਰਸ਼ ਦੇ ਵਿੱਚ ਵੀ ਸਿੱਖਾਂ ਦੇ ਉੱਪਰ ਇਲਜ਼ਾਮ ਲਾਇਆ ਜਾਂਦਾ ਹੈ ਕਿ ਸਿੱਖਾਂ ਨੇ ਆਜ਼ਾਦੀ ਸੰਘਰਸ਼ ਦੇ ਵਿੱਚ 1857 ਸਾਥ ਨਹੀਂ ਦਿੱਤਾ, ਜਦੋਂ ਕਿ 1857 ਦਾ ਜਿਹੜਾ ਗਦਰ ਹੁੰਦਾ ਹੈ, ਉਦੋਂ ਅਜੇ ਤੱਕ ਕਿਸੇ ਵੀ ਇਤਿਹਾਸਕਾਰ ਨੇ ਆਜ਼ਾਦੀ ਦੀ ਜੰਗ ਨਹੀਂ ਮੰਨਿਆ। ਮੈਂ ਤੁਹਾਨੂੰ ਮਜੂਮਦਾਰ ਜਿਹੜੇ ਇੱਕ ਬੜੇ ਵੱਡੇ ਇਤਿਹਾਸਕਾਰ ਹੋਏ ਨੇ, ਬੇਸ਼ੱਕ ਗੈਰ ਸਿੱਖ ਇਤਿਹਾਸਕਾਰ ਨੇ, ਉਹਨਾਂ ਦਾ ਹਵਾਲਾ ਹੈ ਕਿ ਇਸ ਜੰਗ ਨੂੰ ਕਦੀ ਵੀ ਤੁਸੀਂ ਆਜ਼ਾਦੀ ਦੀ ਜੰਗ ਨਹੀਂ ਗਿਣ ਸਕਦੇ। ਪਹਿਲੀ ਗੱਲ ਤਾਂ ਇਹ ਸੀ ਕਿ ਉਹਦਾ ਜਿਹੜਾ ਆਧਾਰ ਸੀ ਉਹ ਆਪਣੇ ਰਾਜਾਂ ਦੀ ਪ੍ਰਾਪਤੀ ਸੀ। ਰਾਣੀ ਝਾਂਸੀ ਆਪਣਾ ਰਾਜ ਚਾਹੁੰਦੀ ਸੀ, ਤਾਂਤੀਆ ਟੋਪੇ ਆਪਣਾ ਰਾਜ ਚਾਹੁੰਦਾ ਸੀ, ਨਾਨਾ ਜੀ ਆਪਣਾ ਰਾਜ ਚਾਹੁੰਦਾ ਸੀ, ਤੇ ਬਹਾਦਰ ਸ਼ਾਹ ਦੀ ਬੇਗਮ ਜੀਨਤ ਮਹਲ ਆਪਣਾ ਰਾਜ ਚਾਹੁੰਦੀ ਸੀ। ਉਹ ਨਿੱਜੀ ਰਾਜਾਂ ਦੇ ਵਾਸਤੇ ਲੜੀ ਜਾ ਰਹੀ ਲੜਾਈ ਸੀ। ਦੋਸ਼ ਸਿੱਖਾਂ ਤੇ ਉੱਪਰ ਲਾਇਆ ਜਾ ਰਿਹਾ। ਹੁਣ ਸਿੱਖ ਉਹਨਾਂ ਲੜਾਈਆਂ ਦੇ ਵਿੱਚ ਉਹਨਾਂ ਪੂਰਬੀ ਭਈਆਂ ਦਾ ਸਾਥ ਕਿਉਂ ਦੇਣ ਜਿਹੜੇ ਉਹਨਾਂ ਦੇ ਰਾਜ ਨੂੰ ਖਤਮ ਕਰਨ ਦੇ ਵਾਸਤੇ ਅੰਗਰੇਜ਼ਾਂ ਵਾਲੇ ਪਾਸਿਓਂ ਲੜੇ? ਪਰ ਉਹ ਸਿੱਖਾਂ ਦੇ ਉੱਪਰ ਦੋਸ਼ ਲਾਇਆ ਗਿਆ। ਉਸ ਦੋਸ਼ ਦੇ ਚੱਲਦਿਆਂ ਹੀ ਜਦੋਂ ਆਜ਼ਾਦੀ ਦਾ ਸੰਘਰਸ਼ ਸ਼ੁਰੂ ਹੁੰਦਾ ਹੈ ਤਾਂ ਅਸੀਂ ਬੜੀ ਥੋੜੀ ਗਿਣਤੀ, ਜਿਹਨੂੰ ਕਹਿ ਸਕਦੇ ਹਾਂ ਕਿ 1.5 ਤੋਂ 2% ਗਿਣਤੀ ਸਾਡੀ, ਇੰਨੀ ਗਿਣਤੀ ਦੇ ਬਾਵਜੂਦ ਜੇ ਅੱਜ ਅਸੀਂ ਗੱਲ ਕਰਦੇ ਹਾਂ ਫਾਂਸੀਆਂ ਦੀ, ਜਾਂ ਅਸੀਂ ਗੱਲ ਕਰਦੇ ਹਾਂ ਅੱਜ ਦੇ ਸਮੇਂ ਦੇ ਵਿੱਚ ਆਜ਼ਾਦੀ ਸੰਘਰਸ਼ ਦੇ ਦੌਰਾਨ ਜੇਲ੍ਹ 'ਚ ਜਾਣ ਦੀ, ਗੋਲੀਆਂ ਖਾਣ ਦੀ, ਤਸ਼ੱਦਦ ਸਹਿਣ ਦੀ, ਤਾਂ ਸਿੱਖਾਂ ਨੂੰ ਸਭ ਤੋਂ ਵੱਧ ਉਸ ਕੁਰਬਾਨੀਆਂ ਦੇ ਵਿੱਚ ਆਪਣਾ ਹਿੱਸਾ ਦੇਣਾ ਪੈਂਦਾ। ਉਸੇ ਸਮੇਂ ਦੇ ਦੌਰਾਨ ਜੇ ਗੁਰਦੁਆਰਾ ਸੁਧਾਰ ਲਹਿਰ ਜਨਮ ਲੈਂਦੀ ਹੈ, ਚਾਹੇ ਉਹ ਜੈਤੋ ਦਾ ਮੋਰਚਾ ਹੈ, ਚਾਹੇ ਗੁਰੂ ਕੇ ਬਾਗ ਦਾ ਮੋਰਚਾ ਹੈ, ਚਾਹੇ ਨਨਕਾਣਾ ਸਾਹਿਬ ਦਾ ਮੋਰਚਾ ਹੈ, ਬੇਸ਼ੱਕ ਕਿ ਉਹ ਜਿਹੜੇ ਮੋਰਚੇ ਨੇ ਉਹਨਾਂ ਦੇ ਵਿੱਚ ਹਾਰ ਤਾਂ ਉਸ ਸਮੇਂ ਦੇ ਅੰਗਰੇਜ਼ੀ ਸਾਮਰਾਜ ਦੀ ਹੋ ਰਹੀ ਹੈ, ਪਰ ਹਿੰਦੁਸਤਾਨ ਦੀ ਸਾਰੀ ਜਨਤਾ ਜਾਣਦੀ ਹੈ ਕਿ ਜਦੋਂ ਸਿੱਖਾਂ ਦੀ ਇਹਨਾਂ ਮੋਰਚਿਆਂ 'ਚ ਜਿੱਤ ਹੋ ਰਹੀ ਹੈ ਤੇ ਸਾਮਰਾਜ ਦੀ ਜਿਹੜੀ ਹਾਰ ਹੈ ਉਹ ਉੱਥੇ ਅੰਗਰੇਜ਼ ਰਾਜ ਨੂੰ ਜਰਜਰਾ ਕਰ ਰਹੀ ਹੈ, ਕਮਜ਼ੋਰ ਕਰ ਰਹੀ ਹੈ। ਇਹੀ ਕਾਰਨ ਹੈ ਕਿ ਉਦੋਂ ਜਿਹੜੇ ਹਿੰਦੂਤਵ ਦੇ ਚਲਾਕ ਲੀਡਰ ਨੇ, ਮਹਾਤਮਾ ਗਾਂਧੀ ਵਰਗੇ ਲੋਕ, ਉਹ ਸਿੱਖਾਂ ਨੂੰ ਤਾਰਾਂ ਲਿਖਦੇ ਨੇ ਕਿ ਅਸੀਂ ਤੁਹਾਡੀ ਜਿੱਤ ਤੇ ਵਧਾਈ ਦਿੰਦੇ ਹਾਂ, ਕਿਉਂਕਿ ਤੁਹਾਡੀ ਜਿੱਤ ਤੋਂ ਬਾਅਦ ਹੁਣ ਹਿੰਦੁਸਤਾਨ ਦੀ ਆਜ਼ਾਦੀ ਦੇ ਦਰਵਾਜ਼ੇ ਖੁੱਲ੍ਹ ਗਏ ਨੇ। ਪਰ ਜਦੋਂ ਦੇਸ਼ ਆਜ਼ਾਦ ਹੁੰਦਾ ਹੈ, ਇਹੀ ਲੋਕ ਜਿਹੜੇ ਤਾਰਾਂ ਲਿਖਦੇ ਨੇ, ਇਹਨਾਂ ਦੀਆਂ ਅੱਖਾਂ ਬਦਲ ਜਾਂਦੀਆਂ ਨੇ। ਇੰਨੀਆਂ ਅੱਖ ਬਦਲ ਜਾਂਦੀਆਂ ਨੇ ਕਿ ਜਦੋਂ ਦਿੱਲੀ ਦੇ ਵਿੱਚ ਕਿਹਾ ਜਾਂਦਾ ਹੈ ਕਿ ਤੁਸੀਂ ਕਿਹਾ ਸੀਗਾ ਕਿ ਦੇਸ਼ ਆਜ਼ਾਦ ਹੋ ਗਿਆ ਤਾਂ ਸਿੱਖਾਂ ਨੂੰ ਇਹਨਾਂ ਦੀ ਆਜ਼ਾਦੀ ਦਾ ਨਿੱਘ ਮਾਣਨ ਦੇ ਵਾਸਤੇ ਇੱਕ ਵੱਖਰਾ ਖਿੱਤਾ ਦੇਵਾਂਗੇ, ਤਾਂ ਉਦੋਂ ਜਵਾਬ ਦਿੱਤਾ ਜਾਂਦਾ ਹੈ ਕਿ ਉਹ ਦਿਨ ਲੰਘ ਚੁੱਕੇ ਨੇ, ਹੁਣ ਜ਼ਮਾਨਾ ਹੋਰ ਹੈ। ਉੱਥੇ ਸਾਨੂੰ ਇਹ ਅਹਿਸਾਸ ਕਰਵਾ ਦਿੱਤਾ ਜਾਂਦਾ ਹੈ ਕਿ ਤੁਹਾਡੀ ਹੋਂਦ ਤਾਂ ਕੇਵਲ ਇਸ ਦੇਸ਼ ਦੀ ਆਜ਼ਾਦੀ ਦੇ ਵਾਸਤੇ ਕੁਰਬਾਨੀਆਂ ਕਰਨ ਦੇ ਵਾਸਤੇ ਸੀ। ਸੋ ਇੱਕ ਪਿਛੋਕੜ ਦਾ ਇੱਕ ਬੁੱਢ ਵੱਜ ਜਾਂਦਾ ਹੈ। ਉਹਦੇ ਤੋਂ ਬਾਅਦ ਜਦੋਂ ਇਹ ਸਾਰੀ ਪ੍ਰਕਿਰਿਆ ਚੱਲਦੀ ਹੈ ਤਾਂ ਪਹਿਲਾ ਸਰਕੂਲਰ ਜਾਰੀ ਹੁੰਦਾ ਹੈ ਕਿ ਸਿੱਖ ਜਰਾਇਮ ਪੇਸ਼ਾ ਕੌਮ ਨੇ, ਕ੍ਰਿਮੀਨਲ ਪ੍ਰੋਫੈਸ਼ਨ। ਹੁਣ ਅਜੀਬ ਵਿਡੰਬਨਾ ਹੈ ਸਿੱਖ ਕੌਮ ਦੀ ਕਿ ਜਿਹੜੀ ਕੌਮ ਇੰਨੇ ਵੱਡੇ ਦੇਸ਼ ਦੀ ਆਜ਼ਾਦੀ ਦੇ ਵਾਸਤੇ 90% ਤੋਂ ਉੱਪਰ ਕੁਰਬਾਨੀਆਂ ਕਰ ਰਹੀ ਹੈ, ਉਸ ਕੌਮ ਨੂੰ ਕਿਹਾ ਜਾਂਦਾ ਹੈ ਕਿ ਕ੍ਰਿਮੀਨਲ ਪ੍ਰੋਫੈਸ਼ਨ ਹੈ, ਇਹ ਜਰਾਇਮ ਪੇਸ਼ਾ ਕੌਮ ਹੈ। ਸਰਦਾਰ ਕਪੂਰ ਸਿੰਘ ਹੁਣੀ ਸਾਚੀ ਸਾਖੀ ਦੇ ਵਿੱਚ ਇਸ ਦਾ ਬੜਾ ਵੱਡਾ ਵਿਸਥਾਰ ਦਿੰਦੇ ਨੇ ਕਿ ਕਿਸ ਤਰ੍ਹਾਂ ਦੇ ਨਾਲ ਕੇਵਲ ਇੱਕ ਆਮ ਸਿੱਖ ਕੌਮ ਹੀ ਨਹੀਂ, ਬਲਕਿ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਬਿਊਰੋਕਰੇਟ ਸੀਗੇ ਸਰਦਾਰ ਕਪੂਰ ਸਿੰਘ ਵਰਗੇ, ਉਹਨਾਂ ਨੂੰ ਕਿਵੇਂ ਦੇ ਧੱਕੇ ਦਾ ਸਾਹਮਣਾ ਕਰਨਾ ਪਿਆ। ਉਤੋਂ ਅਸੀਂ ਜਦੋਂ ਥੋੜਾ ਜਿਹਾ ਹੋਰ ਅੱਗੇ ਚੱਲਦੇ ਹਾਂ ਤਾਂ ਤਕਰੀਬਨ 1945 ਪੰਜਾਬ ਤੋਂ ਜਿਹੜਾ ਪੰਜਾਬ ਦਾ ਹਰਿਆਣੇ ਨੂੰ ਪਾਣੀ ਜਾ ਰਿਹਾ। ਹੁਣ ਉਸ ਪਾਣੀ ਦੀ ਵੰਡ ਦੁਨੀਆ ਦੇ ਜਿੰਨੇ ਵੀ ਪਾਣੀ ਦੀ ਵੰਡ ਦੇ ਕਾਨੂੰਨ ਨੇ ਉਹਦੇ ਮੁਤਾਬਕ ਨਹੀਂ ਹੋਈ। ਪੰਜਾਬ ਦਾ ਪਾਣੀ ਹਰਿਆਣੇ ਨੂੰ, ਹਿਮਾਚਲ ਨੂੰ ਦਿੱਤਾ ਜਾ ਰਿਹਾ ਸੀ, ਜਿਹੜਾ ਕਿ ਉਦੋਂ ਬੇਸ਼ੱਕ ਅਣਵੰਡਿਆ ਪੰਜਾਬ ਸੀ, ਪਰ ਜਦੋਂ ਰਾਜਾਂ ਦੀ ਵੰਡ ਹੋਈ ਉਦੋਂ ਸਿੱਖਾਂ ਦੇ ਨਾਲ ਇੱਕ ਹੋਰ ਧੋਖਾ ਕੀਤਾ ਗਿਆ। ਹਿੰਦੁਸਤਾਨ ਦੇ ਵਿੱਚ ਕਿਸੇ ਵੀ ਹੋਰ ਰਾਜ ਨੂੰ, ਚਾਹੇ ਉਹ ਤਾਮਿਲਨਾਡੂ ਹੋਵੇ, ਚਾਹੇ ਗੁਜਰਾਤ ਹੋਵੇ, ਚਾਹੇ ਮਹਾਰਾਸ਼ਟਰ ਹੋਵੇ, ਜਾਂ ਫਿਰ ਬਿਹਾਰ ਹੋਵੇ, ਜਾਂ ਬੰਗਾਲ ਹੋਵੇ, ਕਿਸੇ ਵੀ ਸਟੇਟ ਨੂੰ ਆਪਣੀ ਰਾਜ ਸੱਤਾ ਦੀਆਂ ਹੱਦਾਂ ਨਿਰਧਾਰਿਤ ਕਰਨ ਦੇ ਵਾਸਤੇ, ਬੋਲੀ ਦੇ ਵਾਸਤੇ ਸੰਘਰਸ਼ ਨਹੀਂ ਕਰਨਾ ਪਿਆ। ਪੰਜਾਬ ਸੀ, ਪੰਜਾਬੀ ਮੰਗ ਦੇ ਇਲਾਕੇ ਤੇ ਪੰਜਾਬੀ ਸੂਬੇ ਦੇ ਵਾਸਤੇ ਸੰਘਰਸ਼ ਕਰਨਾ ਪਿਆ। ਉਹਦੇ ਵਿੱਚ ਕੁਰਬਾਨੀਆਂ ਵੀ ਹੋਈਆਂ, ਕਿੰਨੇ ਸਿੰਘ ਸ਼ਹੀਦ ਹੋਏ, ਕਿੰਨੀਆਂ ਜੇਲ੍ਹਾਂ ਕੱਟਣੀਆਂ ਪਈਆਂ। ਸਰਦਾਰ ਦਰਸ਼ਨ ਸਿੰਘ ਫੇਰੂਮਾਨ ਹੁਣਾਂ ਦੀ ਕੁਰਬਾਨੀ ਜਿਹੜੀ ਆ
ਉਹ ਇੱਕ ਉਸ ਸਮੇਂ ਦੀ ਲਾਮਿਸਾਲ ਕੁਰਬਾਨੀ ਸੀ। ਔਰ ਮੇਰੇ ਖਿਆਲ ਦੇ ਨਾਲ ਭਾਵੇਂ ਅੱਜ ਇਹ 'ਚ ਕੋਈ ਅਰਕਤ ਨਹੀਂ ਹੈ, ਕਦੀ ਅੰਨਾ ਹਜ਼ਾਰੇ ਵਰਤ ਰੱਖਦਾ ਹੈ ਤੇ ਕਦੀ ਬੀਬੀ ਰਾਮਦੇਵੀ ਵਰਤ ਰੱਖਦੀ ਹੈ, ਵਰਤ ਰੱਖਦੇ ਨੇ, ਉੱਠ ਕੇ ਭੱਜ ਜਾਂਦੇ ਨੇ, ਪਰ ਅਜੇ ਤੱਕ ਦੁਨੀਆ ਤੇ ਜਿਵੇਂ ਦੇ ਵਰਤ ਨੂੰ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਹੋਣਾ ਨੇ ਨਿਭਾਇਆ, ਉਵੇਂ ਦੀ ਅਜੇ ਤੱਕ ਇਹ ਇਸ ਕੌਮੀਅਤ ਦੇ ਲੋਕ ਮਿਸਾਲ ਕਾਇਮ ਨਹੀਂ ਕਰ ਸਕੇ। ਉਸ ਤੋਂ ਬਾਅਦ ਸੂਬਿਆਂ ਨੂੰ ਜਦੋਂ ਬੋਲੀ ਦੇ ਆਧਾਰ ਤੇ ਵੰਡ ਹੁੰਦੀ ਹੈ, ਪੰਜਾਬ ਦੇ ਨਾਲ ਫਿਰ ਵੀ ਧੋਖਾ ਕੀਤਾ ਜਾਂਦਾ ਹੈ। ਸਾਡੇ ਪੰਜਾਬੀ ਬੋਲਦੇ ਜਿਹੜੇ ਇਲਾਕੇ ਨੇ ਉਹ ਦੂਜੇ ਸੂਬਿਆਂ ਨੂੰ ਦਿੱਤੇ ਜਾਂਦੇ ਨੇ, ਜਿਹੜੇ ਅਜੇ ਤੱਕ ਵੀ ਵਾਪਸ ਨਹੀਂ ਕੀਤੇ ਗਏ। ਰਾਜਧਾਨੀ ਬਣਾਉਣ ਦੀ ਗੱਲ ਆਉਂਦੀ ਹੈ ਤਾਂ ਸਾਰੇ ਸਟੇਟਾਂ ਨੂੰ ਵੱਖਰੀ ਵੱਖਰੀ ਰਾਜਧਾਨੀ ਦਿੱਤੀ ਜਾਂਦੀ ਹੈ, ਪੰਜਾਬ ਦੀ ਰਾਜਧਾਨੀ ਫਿਰ ਸਾਂਝੀ ਕਰ ਦਿੱਤੀ ਜਾਂਦੀ ਹੈ। ਉਹਦਾ ਕਾਰਨ ਇਹ ਹੈ ਕਿ ਜਿੰਨੀ ਵੀ ਉੱਥੇ ਐਡਮਿਨਿਸਟ੍ਰੇਸ਼ਨ ਹੈ ਉਹਦੇ ਵਿੱਚ 40% ਜਿਹੜੀ ਆ ਦੂਜੇ ਸਟੇਟ ਦੀ ਜਿਹੜੀ ਭਰਤੀ ਆ ਉਹ ਕੀਤੀ ਜਾ ਸਕੇ। ਪੰਜਾਬ ਦਾ ਪਾਣੀ, ਜਿਹੜੇ ਦੁਨਿਆਵੀ ਪਾਣੀਆਂ ਦੇ ਵੰਡ ਦੇ ਕਾਨੂੰਨ ਨੇ ਉਹ 3 ਨੇ, ਰੈਪੇਰੀਅਨ ਲਾ, ਬੇਸਨ ਲਾ ਤੇ ਐਂਟੀ ਬੇਸਨ ਲਾ। ਜਿਸ ਖਿੱਤੇ ਚੋਂ ਪਾਣੀ ਪੈਦਾ ਹੁੰਦਾ ਹੈ, ਜਿਸ ਇਲਾਕੇ ਚੋਂ ਲੰਘਦਾ ਤੇ ਜਿੱਥੇ ਖਤਮ ਹੁੰਦਾ ਹੈ, ਉਹਨਾਂ 3 ਇਲਾਕਿਆਂ ਦੀ ਪੂਰਤੀ ਤੋਂ ਬਾਅਦ ਵਾਧੂ ਪਾਣੀ ਜਿਹੜਾ ਹੈ ਉਹ ਬਾਹਰ ਦਿੱਤਾ ਜਾਣਾ ਚਾਹੀਦਾ। ਪਰ ਪੰਜਾਬ ਦੇ ਦਰਿਆਵਾਂ ਦਾ ਪਾਣੀ ਪੰਜਾਬ ਦੀ ਜ਼ਮੀਨ ਦੇ ਵਾਸਤੇ ਲੋੜੀਂਦਾ ਹੈ, ਪਰ ਪੰਜਾਬ ਨੂੰ ਬੰਨ੍ਹ ਲਾ ਕੇ ਉਸ ਪਾਣੀ ਨੂੰ ਰੋਕ ਲਿਆ ਜਾਂਦਾ ਹੈ, ਦੂਜੇ ਸੂਬਿਆਂ ਨੂੰ ਪਾਣੀ ਦਿੱਤਾ ਜਾਂਦਾ ਹੈ। ਪਿੱਛੇ ਜੇ ਇੱਕ ਅੰਕੜੇ ਆਏ ਸੀ ਕਿ ਜੇਕਰ ਅਸੀਂ 1955 ਦਾ ਪਾਣੀ ਦਾ ਰੇਟ ਮੰਗੀਏ, ਮੇਰੇ ਖਿਆਲ ਦੇ ਨਾਲ ਕੋਈ 1 ਕਿਊਸਿਕ ਲੀਟਰ ਜਿਹੜਾ ਸੀ 1 ਪੈਸੇ ਦਾ, 1 ਪੈਸੇ ਦੇ ਹਿਸਾਬ ਨਾਲ ਹੀ ਵੇਖੀਏ ਤੇ ਪੰਜਾਬ ਦਾ ਕੋਈ 80 ਮਿਲੀਅਨ ਦਾ ਸ਼ਾਇਦ ਪਾਣੀ ਜਿਹੜਾ ਡਾਲਰ ਦਾ ਉਹ ਜਾ ਰਿਹਾ। ਜੇ 1 ਪੈਸੇ ਦਾ ਅਸੀਂ ਹਿਸਾਬ ਲਈਏ, ਬਹੁਤ ਪੁਰਾਣਾ, ਅੱਜ ਤੋਂ 70 ਸਾਲ ਦੂਜੀਆਂ ਸਟੇਟਾਂ ਨੂੰ ਜੇ ਅਸੀਂ 80 ਸਾਲ ਪੁਰਾਣਾ ਰੇਟ ਰੱਖੀਏ, ਅੱਜ ਤਾਂ ਉਹ ਰੇਟ ਬਹੁਤ ਵੱਧ ਚੁੱਕਾ ਹੈ। ਹੁਣ ਤੁਸੀਂ ਵੇਖੋ ਕਿ ਜੇ ਇੰਨਾ ਜਿਹੜਾ ਆਰਥਿਕ ਨੁਕਸਾਨ ਹੈ ਪੰਜਾਬ ਦਾ ਹੋ ਰਿਹਾ, ਜੇ ਇੰਨਾ ਪਾਣੀ ਪੰਜਾਬ ਦੇ ਕੋਲ ਹੋਵੇ ਤਾਂ ਅਸੀਂ ਮੁੱਲ ਵੇਚੀਏ ਤਾਂ ਪੰਜਾਬ ਦੀ ਖੁਸ਼ਹਾਲੀ ਕਿਵੇਂ ਦੀ ਹੋਵੇ। ਸੋ ਇਹ ਸੀਗੀਆਂ ਸਾਡੇ ਨਾਲ ਬੋਲੀ ਦੇ ਤੌਰ ਤੇ ਧੱਕਾ, ਸਾਡੇ ਨਾਲ ਸਾਡਾ ਜਿਹੜਾ ਆਚਰਣ ਸੀਗਾ ਕ੍ਰਿਮੀਨਲ ਪ੍ਰੋਫੈਸ਼ਨ ਕਹਿਣਾ, ਉਹਦੇ ਨਾਲ ਧੱਕਾ, ਸਾਡੇ ਪਾਣੀਆਂ ਨਾਲ ਧੱਕਾ। ਹੁਣ ਚਾਣਕਿਆ ਆਪਣੀ ਨੀਤੀ 'ਚ ਇੱਕ ਗੱਲ ਲਿਖਦਾ ਹੈ, ਕਹਿੰਦਾ ਹੈ ਕਿ ਜਦੋਂ ਕਿਸੇ ਸਟੇਟ ਨੂੰ ਬਰਬਾਦ ਕਰਨਾ ਤਾਂ ਉਹਦੇ ਵਿੱਚ 5 ਚੀਜ਼ਾਂ ਅਪਲਾਈ ਹੁੰਦੀਆਂ ਨੇ। ਉਹ ਆਪਣੇ ਇੱਕ ਸ਼ਲੋਕ 'ਚ ਲਿਖਦਾ ਹੈ, ਧਨਿਕ ਸ਼ਤਰੂ ਰਾਜਾ ਨਦੀ ਵੈਦ ਅਸਤ ਪੰਚਮ, ਪੰਚਮ ਯਤਰ ਨਾ ਵਿਦਤ ਹੈ ਤਤਰ ਦਿਵਸ ਅਵਸੇਤਮ। ਉਹ ਕਹਿੰਦਾ ਧਨਿਕ ਉਦਯੋਗ, ਸ਼ਤਰੂ ਫੌਜ ਭਰਤੀ, ਰਾਜਾ ਇਨਸਾਫ, ਨਦੀ ਪਾਣੀ, ਵੈਦ ਡਾਕਟਰੀ ਸਹੂਲਤਾਂ, ਕਿ ਇਹ 5 ਚੀਜ਼ਾਂ ਸਟੇਟ ਕੋ ਖੋਹ ਲਈਆਂ ਜਾਣ। ਹੁਣ ਇਹ 5 ਚੀਜ਼ਾਂ ਤਾਂ ਸਟੇਟ ਕੋ ਖੋਹ ਲਈਆਂ ਗਈਆਂ, ਉਦਯੋਗ ਦੀ ਪੰਜਾਬ ਦੇ ਵਿੱਚ ਪ੍ਰਵਾਨਗੀ ਨਾ ਦਿੱਤੀ ਗਈ। ਉਹੀ ਉਦਯੋਗ ਜੇਕਰ ਤੁਸੀਂ ਪੰਜਾਬ ਦੇ ਵਿੱਚ ਲਾਉਣਾ ਹੈ ਤਾਂ ਤੁਹਾਨੂੰ ਬਹੁਤ ਜ਼ਿਆਦਾ ਟੈਕਸ ਦੇਣਾ ਪੈਂਦਾ ਹੈ, ਪਰ ਉਹੀ ਫੈਕਟਰੀ ਜੇਕਰ ਤੁਸੀਂ ਹਿਮਾਚਲ ਦੇ ਵਿੱਚ ਜਾਂ ਹਰਿਆਣੇ 'ਚ ਲਾਉਣੀ ਆ ਤਾਂ ਸਰਕਾਰ ਵੱਲੋਂ ਤੁਹਾਨੂੰ ਕੇਂਦਰ ਵੱਲੋਂ ਰਾਇਤ ਮਿਲਦੀ ਆ, ਤੁਹਾਨੂੰ ਕੋਈ ਟੈਕਸ ਨਹੀਂ। ਫਿਰ ਉਹ ਜਿਹੜੇ ਇੰਡਸਟਰੀਅਲਿਸਟ ਨੇ ਉਹ ਕਿਉਂ ਪੰਜਾਬ ਦੇ ਵਿੱਚ ਆਪਣੀ ਫੈਕਟਰੀ ਜਾਂ NRI ਵੀਰ ਕਿਉਂ ਇੱਥੇ ਜਾ ਕੇ ਫੈਕਟਰੀਆਂ ਲਾਉਣਗੇ? ਕਿਉਂਕਿ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਆ ਰਹੀਆਂ, ਕਿਉਂਕਿ ਕੇਂਦਰ ਦੀ ਨੀਤੀ ਹੈ ਕਿ ਪੰਜਾਬ ਨੂੰ ਘਸਿਆਰਾ ਬਣਾ ਕੇ ਖਤਮ ਕਰਨਾ ਸੀ। ਸੋ ਜਦੋਂ ਇਹ ਸਾਰੀਆਂ ਚੀਜ਼ਾਂ ਸਿੱਖ ਦੇ ਕੋਲੋਂ ਡਾਕਟਰੀ ਸਹੂਲਤਾਂ, ਫੌਜ ਦੇ ਵਿੱਚ ਭਰਤੀ, ਇਨਸਾਫ, ਪਾਣੀ ਤੇ ਉਦਯੋਗ, ਇਹ 5 ਚੀਜ਼ਾਂ ਖੋਹ ਲਈਆਂ ਗਈਆਂ ਤਾਂ ਮੇਰੇ ਖਿਆਲ ਦੇ ਨਾਲ ਕਿਸੇ ਵੀ ਕੌਮੀਅਤ ਦੇ ਕੋਲੋਂ ਜਦੋਂ ਇਹ ਚੀਜ਼ਾਂ ਖੋਹ ਲਈਆਂ ਜਾਣ ਤੇ ਸੰਘਰਸ਼ ਤੋਂ ਬਿਨਾਂ ਕੋਈ ਰਾਹ ਨਹੀਂ ਰਹਿ ਜਾਂਦਾ। ਕਾਰਨ ਸੀ ਕੌਮ ਦੀ ਸਰਵਾਈਵਲ, ਕੌਮ ਨੂੰ ਜਿੰਦਾ ਕਿਵੇਂ ਰੱਖਣਾ। ਹੁਣ ਅਸੀਂ ਜਦੋਂ ਇਹਦੇ ਸਾਰੇ ਕਾਰਨਾਂ ਵੱਲ ਝਾਤੀ ਮਾਰੀ ਆ ਤਾਂ ਉੱਥੇ ਇੱਕ ਸਭ ਤੋਂ ਵੱਡੀ ਹੋਰ ਗੱਲ ਹੈ ਕਿ ਸਿੱਖ ਆਰਥਿਕ ਮੰਦਹਾਲੀ ਵੀ ਸਹਿ ਗਿਆ, ਸਿੱਖ ਨੇ ਉਦਯੋਗ ਨਹੀਂ ਮਿਲਿਆ ਉਹ ਵੀ ਸਹਿ ਗਿਆ, ਸਿੱਖ ਦਾ ਬੋਲੀ ਦੇ ਤੌਰ ਤੇ ਧੱਕਾ ਹੋਇਆ ਉਹ ਵੀ ਸਹਿ ਗਿਆ। ਪਰ ਉਸ ਤੋਂ ਜਿਹੜਾ ਸਭ ਤੋਂ ਵੱਡਾ ਧੱਕਾ ਸ਼ੁਰੂ ਹੋਇਆ, ਉਸ ਤੋਂ ਬਾਅਦ ਸਿੱਖ ਕੌਮੀਅਤ ਦੀ ਵਿਲੱਖਣਤਾ ਦੀ ਵਿਚਾਰਧਾਰਾ ਤੇ ਹਮਲਾ ਸ਼ੁਰੂ ਹੋ ਗਿਆ ਨਰਕਧਾਰੀਆਂ ਦੇ ਰਾਹੀਂ। ਉਹਨਾਂ ਨਰਕਧਾਰੀਆਂ ਦੀ ਜਿਹੜੀ ਪਿੱਠ ਪੂਰਤੀ ਸੀ ਉਹ ਸਟੇਟ ਵੱਲੋਂ ਕੀਤੀ ਗਈ। ਉਹਨਾਂ ਨੇ ਆਪਣੀਆਂ ਕਿਤਾਬਾਂ ਦੇ ਵਿੱਚ, ਰਚਨਾਵਾਂ ਦੇ ਵਿੱਚ ਜਿਹੜੇ ਸ਼ਬਦ ਗੁਰੂ ਸਾਹਿਬ ਵਾਸਤੇ ਵਰਤੇ, ਅਵਤਾਰ ਬਾਣੀ ਦੇ ਵਿੱਚ ਇਹ ਨਰਕਾਰੀ ਲਿਖਦੇ ਨੇ ਕਿ ਰਾਮ ਕ੍ਰਿਸ਼ਨ ਤੇ ਨਾਨਕ ਵਰਗੇ ਰੱਬ ਦਾ ਭੇਦ ਨਾ ਪਾ ਸਕੇ, ਜਾਂ ਫਿਰ ਅੰਮ੍ਰਿਤ ਸਰੋਵਰ ਦੇ ਬਾਰੇ ਉਹਨਾਂ ਨੇ ਬੜੇ ਭੱਦੇ ਸ਼ਬਦ ਵਰਤੇ। ਇੱਥੋਂ ਤੱਕ ਕਿ ਜਿਹੜੇ ਉਹਨਾਂ ਦੇ ਚੇਲੇ ਚਾਟੜੇ ਸੀ ਉਹਨਾਂ ਨੂੰ ਗੁਰਸਿੱਖਾਂ ਦੇ ਨਾਵਾਂ ਨਾਲ ਸੰਬੋਧਨ ਕੀਤਾ ਜਾਂਦਾ ਸੀ। ਕਿਸੇ ਨੂੰ ਭਾਈ ਗੁਰਦਾਸ, ਕਿਸੇ ਨੂੰ ਭਾਈ ਬੁੱਢਾ, ਜੇ ਕਿਸੇ ਨੇ ਲੰਗਰ 'ਚ ਬੀਬੀ ਨੇ ਕੰਮ ਕਰਨਾ ਤਾਂ ਮਾਤਾ ਖੀਵੀ, ਕਿਸੇ ਨੂੰ ਮਾਤਾ ਗੰਗਾ। ਉਹਨਾਂ ਵੱਲੋਂ ਇਸ ਤਰ੍ਹਾਂ ਦੇ ਨਾਲ ਸਿੱਖ ਕੌਮ ਨੂੰ ਵੰਗਾਰਿਆ ਗਿਆ। ਸੋ ਇਹ ਸੀ ਇੱਕ ਧਾਰਮਿਕ ਤੌਰ ਦੇ ਉੱਪਰ ਹਮਲਾ। ਪਰ ਇਹਦੇ ਨਾਲ ਜਿਹੜੀ ਵਿਲੱਖਣਤਾ ਦੀ ਪ੍ਰਕਿਰਿਆ ਦਾ ਕੌਮੀਅਤ ਦਾ ਸਿਖਰ ਸੀ ਸਾਡਾ, ਉਹ ਸੀ ਸਾਡੇ ਖਾਲਸੇ ਦੀ ਸਾਜਨਾ। ਤੇ 78 ਵਿਸਾਖੀ ਦੇ ਵਿੱਚ ਉਹ ਵੀ ਵੰਗਾਰ ਦਿੱਤਾ ਗਿਆ ਕਿ ਤੁਹਾਡੇ ਗੁਰੂ ਨੇ 5 ਪਿਆਰੇ ਸਾਜੇ ਸੀ, ਮੈਂ 7 ਸਿਤਾਰਿਆਂ ਦੀ ਸਾਜਨਾ ਕਰਾਂਗਾ। ਸੋ ਹੁਣ ਤੁਸੀਂ ਵੇਖੋ ਕਿ ਜਿਸ ਕੌਮ ਦੇ ਕੋਲੋਂ ਪਾਣੀ ਖੋਹ ਲਿਆ ਜਾਂਦਾ, ਉਦਯੋਗ ਖੋਹ ਲਿਆ ਜਾਂਦਾ, ਸਹੂਲਤਾਂ ਖੋਹ ਲਈਆਂ ਜਾਂਦੀਆਂ, ਡਾਕਟਰੀ ਸਹਾਇਤਾ ਖੋਹ ਲਈ ਜਾਂਦੀ ਹੈ, ਉਹਦੀ ਬੋਲੀ ਦੇ ਉੱਪਰ ਵਿਤਕਰਾ ਹੁੰਦਾ, ਉਹਦੇ ਧਾਰਮਿਕ ਸੰਸਕਾਰਾਂ ਤੇ ਹਮਲਾ ਹੋ ਜਾਂਦਾ, ਤਾਂ ਫਿਰ ਸੰਘਰਸ਼ ਤੋਂ ਬਿਨਾਂ ਰਾਹ ਕਿਹੜਾ ਰਹਿ ਜਾਂਦਾ? ਤਾਂ ਫਿਰ ਉਹ ਸੀ ਜਿਹੜੇ ਸਾਡੇ ਸੰਘਰਸ਼ ਦੇ ਉਹ ਕਾਰਨ ਬਣੇ। ਮਤਲਬ ਜਦੋਂ 1982 ਦੇ ਵਿੱਚ ਮੋਰਚਾ ਲਾਇਆ ਸੰਤ ਜਰਨੈਲ ਸਿੰਘ ਖਾਲਸਾ ਢੱਡਰਾਂ ਨੇ, ਇਹ ਜਿਹੜੇ ਸਾਰੇ ਧੱਕੇ ਆ, ਇਹ ਸਾਰੇ ਧੱਕੇ ਇਹਨਾਂ ਨੇ ਮੋਰਚਾ ਲਾਉਣ ਲਈ ਸਾਨੂੰ ਮਜਬੂਰ ਕੀਤਾ, ਕਿਉਂਕਿ ਸੰਤਾਂ ਨੂੰ ਇਸ ਗੱਲ ਦੀ ਚੇਤਨਾ ਸੀ ਕਿ ਪੰਜਾਬੀਆਂ ਦੇ ਨਾਲ, ਸਿੱਖਾਂ ਦੇ ਨਾਲ ਇਹ ਸਾਰਾ ਕੁਝ ਹਰ ਇੱਕ ਤੌਰ ਤੇ ਧੱਕਾ ਕੀਤਾ ਗਿਆ। ਰਾਜਨੀਤਿਕ ਤੌਰ ਤੇ ਇਹਦੇ ਵਿੱਚ ਮੈਨੂੰ ਇੰਝ ਲੱਗਦਾ ਹੈ ਕਿ ਸੰਤਾਂ ਵਰਗੀ ਜਿਹੜੀ ਧਾਰਮਿਕ ਸ਼ਖਸੀਅਤ ਆ,
ਵੇਖੋ ਜੇ ਅਸੀਂ ਅੱਜ ਦੇ ਸਮੇਂ ਦੇ ਨਾਲ ਚਲਾਕੀ 'ਚ ਗੱਲਾਂ ਕਰਨੀਆਂ ਬਹੁਤ ਸੌਖੀਆਂ ਹੁੰਦੀਆਂ ਨੇ। ਪੜ੍ਹ ਲਿਖ ਕੇ ਕੁਝ ਕਿਤਾਬਾਂ ਪੜ੍ਹ ਕੇ ਮੇਰੇ ਵਰਗਿਆਂ ਦਾ, ਤੁਹਾਡੇ ਵਰਗਿਆਂ ਦਾ ਗੱਲਾਂ ਕਰਨਾ ਬਹੁਤ ਸੌਖਾ ਹੈ, ਪਰ ਇੱਕ ਅਧਿਆਤਮਿਕ ਸ਼ਖਸੀਅਤ ਦਾ ਆਪਣੀ ਆਤਮਿਕ ਕਹਿੰਦੇ ਹੋ ਕਿ ਗਿਆਨ ਦੇ ਵਿੱਚੋਂ ਇਹਨਾਂ ਗੱਲਾਂ ਦਾ ਅੰਦਾਜ਼ਾ ਲਾਉਣਾ ਤੇ ਫਿਰ ਕੌਮ ਨੂੰ ਸੰਘਰਸ਼ ਲਈ ਲਾਮਬੰਦ ਕਰਨਾ, ਮੈਨੂੰ ਇੰਝ ਲੱਗਦਾ ਹੈ ਕਿ ਆਤਮਿਕ ਬਲ ਦੀ ਜਿਹੜੀ ਹੋਂਦ ਹੈ ਸੰਤ ਜਰਨੈਲ ਸਿੰਘ ਦੀ, ਜਿਹੜੀ ਸੈਲਫ ਆਫ ਪ੍ਰੋਪੋਰਸ਼ਨ ਕਹਿੰਦੇ ਆ ਨਾ, ਉਹ ਬਹੁਤ ਸਟਰੋਂਗ ਸੀ। ਵੇਖੋ ਉਹਨਾਂ ਮੈਨੂੰ ਇੱਕ ਵਾਰੀ ਯਾਦ ਹੈ ਕਿ ਸਰਦਾਰ ਗੁਰਦਰਸ਼ਨ ਸਿੰਘ ਢਿੱਲੋਂ ਨੇ ਮੈਨੂੰ ਕਿਹਾ ਸੀ, ਕਹਿੰਦੇ ਸੀ ਕਿ ਨਾ ਮੈਂ ਟਕਸਾਲੀ ਹਾਂ, ਨਾ ਮੈਂ ਟਕਸਾਲ ਦਾ ਵਿਦਿਆਰਥੀ ਹਾਂ, ਤੇ ਨਾ ਮੈਂ ਸੰਤ ਜਰਨੈਲ ਸਿੰਘ ਦਾ ਫਾਲੋਅਰ ਹਾਂ, ਜਿਨ੍ਹਾਂ ਨੇ ਆਪਣਾ ਵਾਈਟ ਪੇਪਰ ਸਿੱਖਾਂ ਦੇ ਵੱਲੋਂ ਲਿਖਿਆ ਸੀ ਜੂਨ 84 ਦੇ ਬਾਰੇ। ਉਹਨਾਂ ਨੇ ਇੱਕ ਗੱਲ ਕਹੀ ਸੀ, ਕਹਿੰਦੇ ਸੀ ਕਿ ਮੈਂ ਇਸ ਗੱਲ ਦਾ ਸੰਤ ਜਰਨੈਲ ਸਿੰਘ ਦਾ ਉਪਾਸ਼ਕ ਹਾਂ ਕਿ ਉਸ ਮਰਦ ਵਰਗੀ ਤੀਖਣ ਬੁੱਧੀ ਕੌਮ ਦੇ ਕਿਸੇ ਲੀਡਰ ਦੇ ਵਿੱਚ ਨਹੀਂ। ਉਹ ਕਹਿੰਦੇ ਨੇ ਕਿ ਸੈਲਫ ਆਫ ਪ੍ਰੋਪੋਰਸ਼ਨ ਇੰਨੀ ਸਟਰੋਂਗ ਕਿ ਸੰਤ ਜਰਨੈਲ ਸਿੰਘ ਨੂੰ ਪਤਾ ਹੈ ਕਿ ਬੋਲੀ ਖੋਈ ਗਈ ਤਾਂ ਵੀ ਧਰਮ ਦਾ ਵਿਨਾਸ਼ ਹੈ, ਪਾਣੀ ਖੋਇਆ ਗਿਆ ਤਾਂ ਪੰਜਾਬ ਦੀ ਕਿਸਾਨੀ ਦਾ ਆਧਾਰ ਪਾਣੀ ਹੈ। ਜਦੋਂ ਪਾਣੀ ਖੋਇਆ ਜਾਊਗਾ ਤੇ ਪੰਜਾਬ ਦੀ ਕਿਸਾਨੀ ਜਿਹੜੀ ਰੁਜ਼ਗਾਰ ਦੇ ਲਈ ਭੁੱਖੀ ਮਰਦੀ ਉਹ ਹੋਰਨਾਂ ਸਟੇਟਾਂ 'ਚ ਜਾਵੇਗੀ, ਤੇ ਜਿੱਥੇ ਜਾਵੇਗੀ ਉੱਥੋਂ ਦੇ ਸੱਭਿਆਚਾਰ ਦਾ ਉੱਤੇ ਅਸਰ ਹੋਵੇਗਾ, ਤੇ ਹੌਲੀ ਹੌਲੀ ਬੰਜਰ ਹੋਈ ਜ਼ਮੀਨ ਦੇ ਵਿੱਚੋਂ ਸਿੱਖੀ ਵੀ ਬੰਜਰ ਹੋ ਜਾਵੇਗੀ। ਸੋ ਸਭ ਤੋਂ ਵੱਡੀ ਉਹਨਾਂ ਦੀ ਤੀਖਣ ਬੁੱਧੀ ਸੀ ਕਿ ਉਹਨਾਂ ਨੇ ਇਸ ਲੋੜ ਨੂੰ ਮਹਿਸੂਸ ਕੀਤਾ ਕਿ ਮੇਰੀ ਸ਼ਹਾਦਤ ਦੇ ਨਾਲ ਵੀ ਜੇ ਚੇਤਨਤਾ ਜਾਗਦੀ ਹੈ ਵੀ ਸਾਡੇ ਨਾਲ ਧੱਕਾ ਹੋ ਰਿਹਾ, ਤਾਂ ਉਹਨਾਂ ਨੇ ਉਸ ਸ਼ਹਾਦਤ ਦੇ ਵਾਸਤੇ ਲੱਕ ਬੰਨ ਲਿਆ। ਮਤਲਬ ਕਿ ਗੱਲ ਇਹ ਸੀ ਵੀ ਸੰਤਾਂ ਨੇ ਆਪਣੇ ਹੱਕਾਂ ਦੀ ਲੜਾਈ, ਆਪਣੇ ਧਰਮ ਦੀ ਰਾਖੀ ਦੇ ਲਈ, ਜਿਹੜੀਆਂ ਵਧੀਕੀਆਂ ਦੇ ਵਿਰੁੱਧ ਜਿਹੜਾ ਸੰਘਰਸ਼ ਆਰੰਭਿਆ, ਬਿਲਕੁਲ, ਜਿਹੜਾ ਕਿ ਸਾਡਾ ਗੁਰਮਤ ਵਿਚਾਰਧਾਰਾ ਦੀ ਤਰਜਮਾਨੀ ਕਰਦਾ ਆ ਰਿਹਾ ਸੀਗਾ ਕਿ ਹਮੇਸ਼ਾ ਹੀ ਸਾਡੀ ਵਿਚਾਰਧਾਰਾ ਦੇ ਕੇ ਹਿੱਸਾ ਰਿਹਾ ਕਿ ਜੇ ਜੀਵੇ ਪਥ ਲੱਥੀ ਜਾਏ ਸਭ ਹਰਾਮ ਚੇਤਾ ਕਿਛ ਖਾਏ। ਇਹ ਸਾਡੇ ਸੰਘਰਸ਼ ਦਾ ਇੱਕ ਕਹਿ ਸਕਦੇ ਆ ਕਿ ਸੰਘਰਸ਼ ਦਾ ਮੂਲ ਮੰਤਰ ਕਹਿ ਸਕਦੇ ਹੋ ਕਿ ਸਿੱਖ ਨੇ ਜੇ ਜੀਣਾ ਤਣਖ ਦੇ ਨਾਲ ਹੈ, ਸਿੱਖ ਨੇ ਮਰਨਾ ਤੇ ਸ਼ਾਨ ਦੇ ਨਾਲ ਹੈ। ਉਹਦੇ ਵਿੱਚ ਜਿਹੜੀ ਸਿੱਖੀ ਦੀ ਸ਼ਾਨ ਗਵਾਈਦੀ ਜਾ ਰਹੀ ਹੈ, ਤਾਂ ਮੇਰੇ ਖਿਆਲ ਨਾਲ ਉਹਨਾਂ ਨੇ ਸੰਤ ਜਰਨੈਲ ਸਿੰਘ ਵਰਗੀ ਸ਼ਖਸੀਅਤ ਨੇ ਮਹਿਸੂਸ ਕੀਤਾ ਕਿ ਕੁਰਬਾਨੀ ਵੀ ਦੇਣੀ ਪਵੇ ਤਾਂ ਕੋਈ ਵੱਡਾ ਸੌਦਾ ਨਹੀਂ, ਕੌਮ ਦੇ ਵਿੱਚ ਚੇਤਨਤਾ ਤਾਂ ਜਾਗ ਜਾਵੇ। ਇਹੋ ਹੀ ਕਾਰਨ ਸੀਗਾ ਕਿ ਜਿਹੜੀ ਕੌਮ ਦੇ ਵਿੱਚ ਚੇਤਨਤਾ ਪੈਦਾ ਕਰਨੀ, ਆਪਣੇ ਹੱਕਾਂ ਦੀ ਗੱਲ ਕਰਨੀ, ਇਹੋ ਹੀ ਕਾਰਨ ਸੀ ਜਿਹਦਾ ਸੈਂਟਰ ਗਵਰਨਮੈਂਟ ਮਜਬੂਰ ਹੋ ਗਈ ਕਿ ਇਹਨਾਂ ਦਾ ਜਿਹੜਾ ਮੋਰਚਾ ਹੈ ਇਹਨੂੰ ਫੇਲ ਕਰਨ ਦੇ ਲਈ, ਇਹਨਾਂ ਦੀ ਜਿਹੜੀ ਵੱਖਰੀ ਇੱਕ ਵਿਲੱਖਣ ਪਛਾਣ ਹੈ, ਇਹਨਾਂ ਸਾਰੀਆਂ ਚੀਜ਼ਾਂ ਨੂੰ ਤੈਸ਼ ਨੈਸ਼ ਕਰਨ ਦੇ ਲਈ ਜਿਹੜਾ ਬਲੂ ਸਟਾਰ ਆਪਰੇਸ਼ਨ, ਬਿਲਕੁਲ ਹਾਂ, ਮੋਰਚਾ ਸਾਡਾ ਹੱਕਾਂ ਵਾਸਤੇ ਸੀਗਾ। ਉਸ ਮੋਰਚੇ ਦੇ ਵਿੱਚ ਕਿਤੇ ਵੀ ਉਦੋਂ ਵੱਖਰੇ ਰਾਜ ਦੀ ਗੱਲ ਨਹੀਂ ਸੀ। ਉਹ ਕੇਵਲ ਤੇ ਕੇਵਲ ਇਹਨੂੰ ਥੋਪਿਆ ਗਿਆ ਇਸ ਤਰ੍ਹਾਂ ਗਿਆ ਕਿ ਇਸ ਮੋਰਚੇ ਨੂੰ ਖਤਮ ਕਰਨ ਦੇ ਵਾਸਤੇ ਜਿਹੜੇ ਹੱਥਕੰਡੇ ਅਪਣਾਏ ਗਏ ਨੇ, ਉਹਨੇ ਸਿੱਖਾਂ ਨੂੰ ਫਿਰ ਉਹਦੇ ਅਗਲੇ ਪੜਾਅ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਅਸੀਂ ਇਸ ਸਟੇਟ ਦੇ ਨਾਲ ਰਹਿ ਵੀ ਸਕਦੇ ਜਾਂ ਨਹੀਂ ਰਹਿ ਸਕਦੇ। ਵੀ ਇਹਨਾਂ ਧੱਕਿਆਂ ਦੇ ਬਾਵਜੂਦ ਜੇ ਹੁਣ ਇਹ ਮੋਰਚਾ ਸਫਲਤਾ ਵੱਲ ਜਾ ਰਿਹਾ ਤੇ ਇਹਨੂੰ ਕੁਚਲਣ ਦੇ ਵਾਸਤੇ ਜਿਹੜੇ ਤਰੀਕੇ ਅਪਣਾਏ ਜਾ ਰਹੇ ਨੇ, ਮਿਸਾਲ ਦੇ ਤੌਰ ਤੇ ਉਸ ਸਮੇਂ ਦੇ ਵਿੱਚ ਜੇ ਸਿੱਖ ਇਹ ਗੱਲ ਕਹਿੰਦਾ ਕਿ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ, ਤਾਂ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੇ ਨਾਲ ਸਿੱਖ ਤਾਂ ਅੱਗੇ ਸਿਗਰਟ ਬੀੜੀ ਦੀ ਵਰਤੋਂ ਨਹੀਂ ਕਰਦੇ। ਤੇ ਅੱਜ ਜਦੋਂ ਵਰਲਡ ਹੈਲਥ ਆਰਗੇਨਾਈਜੇਸ਼ਨ ਜਾਂ ਫਿਰ ਯੂਨਾਈਟਿਡ ਨੇਸ਼ਨ ਡਰੱਗ ਕੰਟਰੋਲ ਪ੍ਰੋਗਰਾਮ, ਇਹ ਸੰਸਥਾਵਾਂ ਕਹਿ ਰਹੀਆਂ ਨੇ ਕਿ ਬੀੜੀ ਤੇ ਸਿਗਰਟ, ਤੰਬਾਕੂ ਇਹ ਸਭ ਤੋਂ ਵੱਡਾ ਖਤਰਾ ਹੈ ਸਿਹਤ ਦੇ ਵਾਸਤੇ, ਤਾਂ ਜਿਹੜੇ ਲੋਕੀ ਪੀ ਰਹੇ ਸੀ ਉਹਨਾਂ ਦੀ ਸਿਹਤ ਦਾ ਸੁਧਾਰ ਸੀ ਨਾ। ਜਦੋਂ ਉਸ ਮੋਰਚੇ ਦੀ ਉਸ ਮੱਧ ਦੇ ਵਿੱਚੋਂ ਕਿ ਹਰਿਮੰਦਰ ਸਾਹਿਬ ਨੂੰ ਜਾਂ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ, ਤਾਂ ਉਹਦੇ ਵਿੱਚ ਸਿਹਤਯਾਬੀ ਤਾਂ ਉਹਨਾਂ ਲੋਕਾਂ ਦੀ ਸੀ, ਪਰ ਉਹਨਾਂ ਨੇ ਜਾਣ-ਬੁੱਝ ਕੇ ਉਹਨਾਂ ਨੂੰ ਉਕਸਾਇਆ ਗਿਆ ਤੇ ਉਹਨਾਂ ਨੇ ਬਾਜ਼ਾਰਾਂ ਦੇ ਵਿੱਚ ਨਾਅਰੇ ਲਾਏ ਕਿ ਸਿਗਰਟ ਬੀੜੀ ਪੀਏਂਗੇ ਹਮ ਸ਼ਾਨ ਸੇ ਜੀਏਂਗੇ, ਕੱਚ ਕੜਾ ਕੰਗਾ ਕਿਰਪਾਨ ਧੱਕ ਦਿਆਂਗੇ ਪਾਕਿਸਤਾਨ। ਸੋ ਇਹਨਾਂ ਨਾਰਿਆਂ ਦੇ ਵਿੱਚੋਂ ਸਿੱਖ ਦਾ ਜਿਹੜਾ ਉਹ ਪੁਰਾਣਾ ਜਾਹੀ ਜਲਾਲ ਸੀ ਉਹ ਜਾਗਿਆ ਵੀ ਅਸੀਂ ਤਾਂ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦੀ ਮੰਗ ਦੀ ਗੱਲ ਕਰਦੇ ਹਾਂ ਕਿ ਇਹਨਾਂ ਲੋਕਾਂ ਦੀ ਪੀੜ੍ਹੀ ਬਚ ਸਕੇ, ਇਹ ਨਸ਼ਿਆਂ ਤੋਂ ਮੁਕਤ ਹੋ ਸਕਣ, ਇੱਥੇ ਇੱਕ ਸਿਹਤਮੰਦ ਜਿਹੜਾ ਰਾਜ ਹੈ ਉਹ ਸਿਰਜਿਆ ਜਾਵੇ। ਪਰ ਦੂਜੇ ਪਾਸੇ ਸਿੱਖਾਂ ਨੂੰ ਇਸ ਤਰ੍ਹਾਂ ਦੇ ਜਿਹੜੇ ਤਾਨੇ ਮਿਹਣੇ ਸੀਗੇ ਜਾਂ ਉਹਨਾਂ ਨੂੰ ਉਕਸਾਇਆ ਜਾ ਰਿਹਾ ਸੀ। ਜੇ ਪੰਜਾਬ ਦੇ ਵਿੱਚ ਮਤਲਬ ਕਿ ਖੁਸ਼ਹਾਲੀ ਆਉਂਦੀ ਹੈ ਤੇ ਉਹਦਾ ਜਿਹੜਾ ਉੱਥੋਂ ਦਾ ਹਿੰਦੂ ਹੈ ਉਹ ਵੀ ਬਰਾਬਰ ਦਾ ਭਾਈਵਾਲ ਜ਼ਿਆਦਾ ਖੁਸ਼ਹਾਲ ਹੁੰਦਾ ਹੈ। ਪੰਜਾਬ ਦੀ ਖੁਸ਼ਹਾਲੀ ਦੇ ਵਿੱਚ ਹਿੰਦੂ ਹਮੇਸ਼ਾ ਹੀ ਜਿਹੜਾ ਪੰਜਾਬ ਦਾ ਵਪਾਰੀ ਵਰਗ ਹੈ ਉਹ ਜ਼ਿਆਦਾ ਖੁਸ਼ਹਾਲ ਹੁੰਦਾ ਹੈ। ਉਹਦਾ ਕਾਰਨ ਹੈ ਕਿ ਪੰਜਾਬ ਦੀ ਆਰਥਿਕਤਾ ਦਾ ਆਧਾਰ ਖੇਤੀ ਹੈ ਤੇ ਜਿਣਸ ਦੀ ਜਿੰਨੀ ਵੀ ਵਪਾਰੀਕਰਨ ਹੈ ਉਹ ਸਾਰਾ ਸ਼ਹਿਰਾਂ ਦੇ ਵਿੱਚ ਹਿੰਦੂ ਸਮਾਜ ਦੇ ਕੋਲ ਹੈ, ਚਾਹੇ ਉਹ ਆੜਤੀਆਂ ਦੇ ਰੂਪ 'ਚ ਹੈ, ਚਾਹੇ ਸ਼ੈਲਰ ਮਾਲਕਾਂ ਦੇ ਰੂਪ ਦੇ ਵਿੱਚ ਆ, ਚਾਹੇ ਫਿਰ ਵੱਡੀਆਂ ਵੱਡੀਆਂ ਫੈਕਟਰੀਆਂ ਦੇ ਰੂਪ 'ਚ ਜਿਹੜੀਆਂ ਸਾਡੇ ਜ਼ਰਾਇਤੀ ਖੇਤਰ ਦੇ ਨਾਲ ਸੰਬੰਧ ਰੱਖਦੀਆਂ ਨੇ। ਤੇ ਜਿਹੜਾ ਪੰਜਾਬ ਦਾ ਕਿਸਾਨ ਹੈ ਉਹ ਤਾਂ ਮਿਹਨਤ ਕਰਨ ਤੋਂ ਬਾਅਦ ਮਸਾ ਖਰਚੇ ਪੂਰੇ ਕਰਦਾ ਹੈ। ਤੁਸੀਂ ਵੇਖੋ ਕਿ ਉਹੀ ਕਣਕ ਜਿਹੜੀ ਅਸੀਂ ਸਰਕਾਰੀ ਰੇਟ ਤੇ ਵੇਚ ਕੇ ਆਉਂਦੇ ਆ ਆੜਤੀਆਂ ਨੂੰ, ਪਰ ਜਦੋਂ ਅਗਲੇ ਸਾਲ ਦਾ ਸੀਜ਼ਨ ਸ਼ੁਰੂ ਹੁੰਦਾ ਹੈ ਕਣਕ ਦਾ, ਆਪਣੀ ਵੇਚੀ ਕਣਕ ਅਸੀਂ ਬੀਜ ਦੇ ਵਾਸਤੇ ਖਰੀਦਣ ਜਾਂਦੇ ਆ ਤੇ ਉਹਦਾ ਰੇਟ 3 ਗੁਣਾ ਵੱਧ ਚੁੱਕਾ ਹੁੰਦਾ। ਸੋ ਇਸ ਆਰਥਿਕਤਾ ਦੇ ਵਿੱਚ ਬੇਸ਼ੱਕ ਸਿੱਖਾਂ ਦੀ ਇਹ ਵੀ ਮੰਗ ਰਹੀ ਹੈ ਕਿ ਜਿਹੜੀ ਪੰਜਾਬ ਦੇ ਕਿਸਾਨ ਦੀ ਜਿਣਸ ਹੈ ਉਹਨੂੰ ਅੰਤਰਰਾਸ਼ਟਰੀ ਜਾਂ ਰਾਸ਼ਟਰੀ ਕੀਮਤ ਸੂਚਕ ਅੰਕ ਦੇ ਨਾਲ ਜੋੜ ਕੇ ਤਾਂ ਵੇਖੋ ਕਿ ਅੱਜ ਤੁਸੀਂ ਕਿੰਨੀ ਕਮਾਈ ਕਰ ਰਹੇ ਹੋ ਤੇ ਪੰਜਾਬ ਦੇ ਕਿਸਾਨ ਨੂੰ ਕੀ ਬਚ ਰਿਹਾ। ਪਰ ਉਹਦੇ ਵਿੱਚ ਇਹ ਸੀਗਾ ਕਿ ਜੇਕਰ ਪੰਜਾਬ ਨੂੰ ਵੱਧ ਮੰਗਾਂ, ਵੱਧ ਪਾਣੀ, ਬੋਲੀ, ਬਿਜਲੀ ਮਿਲਦੀ ਆ ਤਾਂ ਉਹਦਾ ਪੰਜਾਬ ਦੇ ਕਿਸਾਨ ਨਾਲੋਂ ਵੱਧ ਫਾਇਦਾ ਹਿੰਦੂ ਧਰਮ ਦੇ ਨਾਲ ਉਸ ਵਪਾਰੀ ਵਰਗ ਨੂੰ ਸੀਗਾ ਜਿਹੜਾ ਉਸ ਜਿਣਸ ਨੂੰ ਖਰੀਦ ਰਿਹਾ।
ਜਦੋਂ ਕਿ ਉਹਨਾਂ ਨੇ ਜ਼ਿਆਦਾ ਫਸਲ ਤਿਆਰ ਕਰਨੀ, ਜ਼ਿਆਦਾ ਹਰ ਇੱਕ ਚੀਜ਼ ਦੀ ਪੈਦਾਇਸ਼ ਹੋਣੀ ਸੀ, ਤੇ ਉਹਨਾਂ ਨੂੰ ਬਿਜ਼ਨਸਮੈਨ ਬੰਦੇ ਨੂੰ ਹੋਰ ਵੀ ਜ਼ਿਆਦਾ ਫਾਇਦਾ ਹੋਣਾ ਸੀਗਾ। ਤੇ ਪਰ ਡਾਕਟਰ ਸਾਹਿਬ ਮੈਂ ਇਹ ਵੀ ਮਹਿਸੂਸ ਕਰਦਾ ਕਿ ਇਹ ਸਾਰੇ ਹਿੰਦੂ ਵੀ ਆਪਾਂ ਉਹਨਾਂ ਨੂੰ ਇਸ ਰਸਤੇ 'ਚ ਨਹੀਂ ਕਹਿ ਸਕਦੇ, ਪਰ ਜਿਹੜੇ ਬਹੁਤੇ ਹਿੰਦੂ ਆ ਜਿਨ੍ਹਾਂ ਨੇ ਇਹ ਨਾਅਰੇ ਲਾਏ, ਮੇਰੇ ਖਿਆਲ ਦੇ ਨਾਲ ਇਹਨਾਂ ਦੇ ਵਿੱਚ ਇਹ ਸੋਚ ਪਾਈ ਗਈ, ਏਜੰਸੀਆਂ ਵੱਲੋਂ ਸੋਚ ਪਾਈ ਗਈ, ਪਰ ਕਿਤੇ ਨਾ ਕਿਤੇ ਜਦੋਂ ਅਸੀਂ ਕਿਸੇ ਵੀ ਲਹਿਰ ਦੀਆਂ ਨਾਕਾਮੀਆਂ ਦਾ ਅਧਿਐਨ ਕਰਦੇ ਹਾਂ ਨਾ, ਤਾਂ ਇਹਦੇ ਵਿੱਚ ਇੱਕ ਜ਼ਰੂਰ ਹੋਏਗਾ ਕਿ ਅਜੇ ਤੱਕ ਹਿੰਦੂਆਂ ਨੂੰ ਤਾਂ ਕੀ, ਸਿੱਖਾਂ ਤੱਕ ਵੀ ਇਹ ਗੱਲ ਨਹੀਂ ਪਹੁੰਚ ਸਕੀ ਕਿ ਅਨੰਦਪੁਰ ਦਾ ਮਤਾ ਹੈ ਕੀ ਸੀ। ਹਾਂ, ਉਹਨੂੰ ਆਪਾਂ ਐਕਸਪਲੇਨ ਨਹੀਂ ਕਰ ਅਸੀਂ ਸਕੇ, ਉਹਨੂੰ ਲੋਕਾਂ ਨੂੰ ਨਹੀਂ ਦੱਸ ਸਕੇ ਕਿ ਇਹ ਕੇਵਲ ਕਿਸੇ ਕੌਮੀਅਤ ਦੇ ਨਹੀਂ ਬਲਕਿ ਸਮੁੱਚੇ ਪੰਜਾਬੀ ਸੂਬੇ ਦੇ ਵੱਧ ਅਧਿਕਾਰਾਂ ਦੀ ਗੱਲ ਹੈ। ਪੰਜਾਬ ਨੂੰ ਪਾਣੀ ਵੱਧ ਮਿਲਦਾ ਹੈ, ਪੰਜਾਬ ਨਸ਼ਿਆਂ ਤੋਂ ਮੁਕਤ ਹੁੰਦਾ ਹੈ, ਪੰਜਾਬ ਦੇ ਵਿੱਚ ਅਰਾਜਕਤਾ ਨਹੀਂ ਫੈਲਦੀ, ਪੰਜਾਬ ਦੇ ਵਿੱਚ ਵਪਾਰੀਕਰਨ ਵੱਧਦਾ ਹੈ, ਪੰਜਾਬ ਦੇ ਵਿੱਚ ਟੂਰਿਜ਼ਮ ਵੱਧਦਾ ਹੈ, ਪੰਜਾਬ ਦੇ ਜੇ ਕੁਝ ਸਥਾਨ ਸੋਹਣੇ ਬਣਦੇ ਨੇ ਤਾਂ ਉਹ ਸਾਰੇ ਲੋਕਾਂ ਵਾਸਤੇ ਸੋਹਣੇ ਬਣਦੇ ਨੇ। ਸੋ ਇਹਦੀਆਂ ਜਿਹੜੀਆਂ ਐਕਸਪਲੇਨੇਸ਼ਨ ਸੀਗੀਆਂ, ਜਿਹੜੀ ਵਿਆਖਿਆ ਪ੍ਰਣਾਲੀਆਂ ਸੀ, ਉਹ ਆਮ ਲੋਕਾਂ ਤੱਕ ਨਹੀਂ ਪਹੁੰਚ ਸਕਿਆ। ਮੈਂ ਬੜੀ ਵਾਰ ਵੇਖਣਾ ਅਜੇ ਤੱਕ ਬਹੁਤ ਸਿੱਖਾਂ ਨੂੰ ਨਹੀਂ ਪਤਾ ਕਿ ਅਨੰਦਪੁਰ ਸਾਹਿਬ ਦੇ ਮਤੇ ਵਿੱਚ ਕੀ ਸੀ, ਤੇ ਉਹਦੇ ਵਿੱਚ ਸਮੁੱਚੇ ਪੰਜਾਬੀਆਂ ਦੇ ਵੱਧ ਅਧਿਕਾਰਾਂ ਦੀ ਗੱਲ ਸੀ। ਉਹ ਨਾ ਅਨੰਦਪੁਰ ਸਾਹਿਬ ਦਾ ਮਤਾ ਹਿੰਦੂ ਧਰਮ ਦੇ ਧਾਰਨੀਆਂ ਵੱਲ ਗਿਆ, ਨਾ ਸਿੱਖਾਂ ਵੱਲ ਗਿਆ। ਸਿੱਖਾਂ ਨੇ ਉਸ ਨੂੰ ਫਿਰਕਾ ਪ੍ਰਸਤੀ ਦੇ ਰੂਪ ਦੇ ਵਿੱਚ ਜਿਹੜਾ ਸੀਗਾ ਮੜ ਦਿੱਤਾ ਗਿਆ ਸਿੱਖਾਂ ਦੇ ਉੱਪਰ, ਤੇ ਜਿਹੜੇ ਹਿੰਦੂ ਵੀਰ ਸੀਗੇ ਉਹਨਾਂ ਦੇ ਮਨ 'ਚ ਇਹ ਗੱਲ ਭਰ ਦਿੱਤੀ ਕਿ ਅਨੰਦਪੁਰ ਸਾਹਿਬ ਦਾ ਮਤਾ ਪਤਾ ਨਹੀਂ ਕਿਹੜਾ ਹੋਊਗਾ ਜਿਹਦੇ ਨਾਲ ਸ਼ਾਇਦ ਸਾਨੂੰ ਪੰਜਾਬ 'ਚੋਂ ਕੱਢ ਦਿੱਤਾ ਜਾਣਾ। ਉਸ ਹਵਾ ਬਣਾ ਕੇ ਜਿਹੜਾ ਉਸ ਵੇਲੇ ਦੇ ਸਾਜ਼ਿਸ਼ਕਾਰਾਂ ਨੇ ਪੇਸ਼ ਕੀਤਾ, ਉਹਨਾਂ ਦੋਵਾਂ ਕੌਮੀਅਤਾਂ ਦੇ ਵਿਚਕਾਰ ਦੂਰੀਆਂ ਵਧਾ ਦਿੱਤੀਆਂ। ਤੇ ਮੈਂ ਅੱਜ ਵੀ ਦਾਅਵੇ ਨਾਲ ਕਹਿੰਦਾ, ਤੁਸੀਂ ਅਨੰਦਪੁਰ ਸਾਹਿਬ ਦੇ ਮਤੇ ਉੱਪਰ ਇੱਕ ਦੋ ਹਿੰਦੂ ਵਿਦਵਾਨ ਬੈਠ ਜਾਣ, ਦੋ ਸਿੱਖ ਦੋ ਵਿਦਵਾਨ ਬੈਠਣ, ਤਾਂ ਇਹ ਰਾਇਸ਼ੁਮਾਰੀ ਉੱਭਰੇਗੀ ਕਿ ਵਾਕਿਆ ਹੀ ਪੰਜਾਬ ਨੂੰ ਵੱਧ ਅਧਿਕਾਰਾਂ ਦੀ ਲੋੜ ਹੈ ਤੇ ਫਾਇਦਾ ਦੋਹਾਂ ਧਿਰਾਂ ਨੂੰ ਹੁੰਦਾ। ਡਾਕਟਰ ਸਾਹਿਬ, ਜਿੱਦਾਂ ਮਤਲਬ ਕਿ ਆਪਾਂ ਗੱਲ ਕਰਦੇ ਹਾਂ, ਜਿੱਦਾਂ ਹੁਣ ਪਾਣੀਆਂ ਦੀ ਗੱਲ ਕੀਤੀ ਹੈ, ਤੁਸੀਂ ਉਹਦੀ ਵੈਲਿਊ ਦੀ ਗੱਲ ਕੀਤੀ ਹੈ। ਹੁਣ ਪਾਣੀ ਸਾਡਾ ਜਿਹੜਾ ਵਾ ਪੰਜਾਬ ਦਾ ਜੋ ਨੁਕਸਾਨ ਹੁੰਦਾ ਹੈ, ਤੇ ਸਭ ਤੋਂ ਜ਼ਿਆਦਾ ਨੁਕਸਾਨ ਪੰਜਾਬ ਦਾ, ਤੇ ਜੇ ਉਹਦੀ ਕੀਮਤ ਹੈ ਸਾਨੂੰ ਜ਼ੀਰੋ ਮਿਲਦੀ ਹੈ। ਜਦੋਂ ਬਾਹਰ ਤੋਂ ਹੀ ਜਿਹੜੀਆਂ ਬਾਹਰਲੀਆਂ ਸਟੇਟਾਂ ਤੋਂ ਚੀਜ਼ਾਂ ਲੈਂਦੇ ਆ, ਜਿੱਦਾਂ ਕੋਲਾ ਵਗੈਰਾ, ਪੰਜਾਬ ਦੇ ਪਾਣੀਆਂ ਤੋਂ ਪੈਦਾ ਹੋਈ ਬੱਤੀ ਦਾ ਜਿਹੜਾ 60% ਹੈ ਦਿੱਲੀ ਤੇ ਦੂਜੀਆਂ ਸਟੇਟਾਂ ਸਾਰੀਆਂ। ਤੇ ਜਦੋਂ ਅਸੀਂ ਬਾਹਰਲੀਆਂ ਸਟੇਟਾਂ ਕੋਲ ਆਪਣੀ ਜ਼ਰੂਰਤ ਲਈ ਕੋਈ ਚੀਜ਼ਾਂ ਲੈਂਦੇ, ਮਤਲਬ ਕੋਲਾ ਸਾਰਾ ਕੁਝ ਸਾਨੂੰ ਮੁੱਲ ਲੈਣਾ ਪੈਂਦਾ। ਤੇ ਮੈਂ ਕਿ ਜਿਹੜੀ ਪੰਜਾਬ ਦੀ ਚੀਜ਼ ਪੈਦਾ ਹੁੰਦੀ ਹੈ ਉਹ ਸਾਨੂੰ ਉਹਨਾਂ ਨੂੰ ਫ੍ਰੀ ਦੇਣੀ ਪੈਂਦੀ, ਤੇ ਜਿਹੜੀ ਉਹਨਾਂ ਕੋਈ ਚੀਜ਼ਾਂ ਲੈਣੀਆਂ ਉਹ ਸਾਰਾ ਕੁਝ। ਤੁਸੀਂ ਵੇਖੋ ਕਿ ਜਿਸ ਤਰ੍ਹਾਂ ਅਸੀਂ ਆਮ ਸਾਡੀ ਇੱਕ ਮੰਗ ਰਹੀ ਹੈ ਕਿ ਪੰਜਾਬ ਨੂੰ 370 ਧਾਰਾ 'ਚ ਲਿਆਂਦਾ ਜਾਵੇ, ਕਿ ਪੰਜਾਬ ਨੂੰ ਖੁਦ ਮੁਖਤਿਆਰੀ ਦਿੱਤੀ ਜਾਵੇ। ਸੋ ਇਸ ਖੁਦ ਮੁਖਤਿਆਰੀ ਦੇ ਦੌਰਾਨ ਇਹੀ ਸੀਗਾ ਕਿ ਜਿਹੜੀਆਂ ਸਾਡੀਆਂ ਜਿਣਸਾਂ ਨੇ ਅਸੀਂ ਉਹਨਾਂ ਨੂੰ ਵੇਚਣ ਦੇ ਹੱਕ ਆਪ ਰੱਖਦੇ ਹੋਈਏ, ਤੇ ਪੰਜਾਬ ਦੇ ਜਿਹੜੇ ਕੁਦਰਤੀ ਸਾਧਨ ਆ ਉਹਨਾਂ ਤੇ ਸਾਡਾ ਅਧਿਕਾਰ ਹੋਵੇ। ਆ ਜਾ ਕੇ ਸਾਡੀ ਮੰਗ ਤਾਂ ਇਹੀ ਸੀ। ਵੇਖੋ, ਤੁਸੀਂ ਜੰਮੂ ਕਸ਼ਮੀਰ ਨੂੰ ਧਾਰਾ 370 'ਚ ਲਿਆਂਦਾ ਤੇ ਸਾਡੇ ਸਾਹਮਣੇ ਉਹੀ ਨਿਸ਼ਾਨਾ ਹੈ, ਪਰ ਜੇਕਰ ਤੁਸੀਂ ਹਿੰਦੁਸਤਾਨ ਦੇ ਹੋਰ ਸਟੇਟਾਂ ਨੂੰ, ਅਸਾਮ ਨੂੰ ਜਾਂ ਬੰਗਾਲ ਨੂੰ ਜਾਂ ਕੁਝ ਹੋਰ ਸਟੇਟਾਂ ਨੂੰ ਵੇਖੋ ਨਾ, ਤੇ ਉਹਨਾਂ ਨੂੰ ਜੰਮੂ ਕਸ਼ਮੀਰ ਤੋਂ ਵੀ ਵੱਧ ਅਧਿਕਾਰ ਦਿੱਤੇ ਗਏ ਨੇ ਧਾਰਾ 371 ਦੇ ਅਧੀਨ। ਪਰ ਜੇਕਰ ਸਾਰੇ ਸਟੇਟਾਂ ਦੇ ਵਿੱਚ ਸਭ ਤੋਂ ਘੱਟ ਅਧਿਕਾਰ ਨੇ ਤਾਂ ਪੰਜਾਬ ਨੂੰ ਨੇ। ਤੇ ਡਾਕਟਰ ਸਾਹਿਬ, ਜਿਹੜਾ ਬਲੂ ਸਟਾਰ ਆਪਰੇਸ਼ਨ ਕੀਤਾ ਗਿਆ, ਕਿ ਇਹਦੇ ਤੋਂ ਬਿਨਾਂ ਗਵਰਨਮੈਂਟ ਕੋਲ ਹੋਰ ਕੋਈ ਚਾਰਾ ਨਹੀਂ ਸੀਗਾ? ਕਿਉਂ ਕੀਤਾ ਇਹਨਾਂ ਨੇ? ਚਾਰੇ ਤਾਂ ਬਹੁਤ ਸੀਗੇ, ਪਰ ਜਿੱਥੇ ਸਟੇਟ ਦੀ ਇੱਕ ਹਠੀ ਨੀਤੀ ਹੋ ਜਾਂਦੀ ਹੈ, ਜਿਹੜੀ ਉਸ ਵੇਲੇ ਦੀ ਪ੍ਰਾਈਮ ਮਿਨਿਸਟਰ ਦੀ ਸੀਗੀ, ਉਹਦਾ ਨਿਸ਼ਾਨਾ ਕੇਵਲ ਤੇ ਕੇਵਲ ਮੇਰੇ ਖਿਆਲ ਦੇ ਨਾਲ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਹਦਾ ਨਿਸ਼ਾਨਾ ਸਿਰਫ ਅਕਾਲ ਤਖਤ ਸਾਹਿਬ ਨੂੰ ਢਾਉਣਾ ਸੀ। ਉਹ ਇੱਕ ਸਰੀਰਕ ਹਮਲਾ ਉਹਨੂੰ ਕਹਿ ਸਕਦੇ ਆ ਕਿ ਅਕਾਲ ਤਖਤ ਸਾਹਿਬ ਦੀ ਇਮਾਰਤ ਦੇ ਉੱਪਰ ਹਮਲਾ ਸੀਗਾ। ਉਹਦਾ ਇਹ ਵੀ ਨਿਸ਼ਾਨਾ ਨਹੀਂ ਸੀ ਵੀ ਇਹ ਕੁਛ ਜਿਹੜੇ ਅਕਾਲ ਤਖਤ ਸਾਹਿਬ ਦੇ ਵਿੱਚ ਕੁਛ ਜੁਝਾਰੂ ਨੇ ਇਹਨਾਂ ਨੂੰ ਖਤਮ ਕਰਨ ਦੇ ਨਾਲ ਲਹਿਰ ਨੂੰ ਦਬਾ ਦਿੱਤਾ ਜਾਵੇਗਾ, ਪਰ ਬੇਸਿਕਲੀ ਨਿਸ਼ਾਨਾ ਸੀ ਕਿ ਉਸ ਵਿਚਾਰਧਾਰਾ ਨੂੰ ਖਤਮ ਕਰਨਾ ਜਿਹੜੀ ਹਮੇਸ਼ਾ ਹੀ ਮਜ਼ਲੂਮਾਂ ਦੇ ਹੱਕ 'ਚ ਖੜੀ ਹੁੰਦੀ ਹੈ ਤੇ ਹਮੇਸ਼ਾ ਦਿੱਲੀ ਤਖਤ ਦੇ ਵਾਸਤੇ ਵੰਗਾਰ ਹੁੰਦੀ ਹੈ। ਦਰਅਸਲ ਉਸ ਵਿਚਾਰਧਾਰਾ ਨੂੰ ਖਤਮ ਕੀਤਾ ਜਾ ਰਿਹਾ ਸੀ। ਡਾਕਟਰ ਸਾਹਿਬ, ਜਦੋਂ 1984 ਦੇ ਵਿੱਚ ਜਿਹੜਾ ਆਪਰੇਸ਼ਨ ਹੁੰਦਾ, ਇਹਨੂੰ ਸਾਡੇ ਅੱਜ ਵੀ ਜਿੰਨੇ ਵੀ ਬੁਲਾਰੇ ਨੇ ਉਹ ਵੱਖ-ਵੱਖ ਨਾਵਾਂ ਦੇ ਨਾਲ ਸੰਬੋਧਨ ਹੁੰਦੇ ਨੇ। ਕੋਈ ਇਹਨੂੰ ਮਤਲਬ ਕਿ ਕਹਿੰਦਾ ਵਾ ਬਲੂ ਸਟਾਰ ਆਪਰੇਸ਼ਨ, ਕੋਈ ਫੌਜੀ ਕਾਰਵਾਈ, ਕੋਈ ਸਾਕਾ ਨੀਲਾ ਤਾਰਾ ਆਪਰੇਸ਼ਨ, ਤੇ ਕੋਈ ਕੁਝ ਬੰਦੇ ਨੇ ਜਿਹੜੇ ਘੱਲੂਘਾਰਾ ਕਹਿੰਦੇ ਨੇ। ਮੈਂ ਮਹਿਸੂਸ ਕਰਦਾ ਜਿੱਦਾਂ ਦੀ ਸਿੱਖ ਕੌਮ ਦੀ ਜੈਨੋਸਾਈਡ ਇਹਦੇ ਵਿੱਚ ਕੀਤੀ ਗਈ ਹੈ, ਸਾਡੇ ਦੋ ਘੱਲੂਘਾਰੇ ਪਹਿਲਾਂ ਵਾਪਰੇ ਨੇ ਸਿੱਖ ਕੌਮ ਨਾਲ, ਤੇ ਇਹ ਤੀਜਾ ਘੱਲੂਘਾਰਾ ਸਿੱਖ ਕੌਮ ਨਾਲ ਵਾਪਰੇ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਵੇਖੋ ਵਿੱਚ ਕਈ ਵਾਰੀ ਇੰਜ ਹੁੰਦਾ ਹੈ ਕਿ ਜਿਹੜਾ ਸਾਡਾ ਦੁਸ਼ਮਣ ਜਿਹੜੀਆਂ ਬੋਲੀਆਂ 'ਚ ਸਾਡੇ ਉੱਪਰ ਕੀਤੀ ਗਈ ਕਾਰਵਾਈ ਨੂੰ ਪ੍ਰੈਜ਼ੈਂਟ ਕਰਦਾ ਹੈ ਨਾ, ਤਾਂ ਅਸੀਂ ਉਸ ਬੋਲੀ ਨੂੰ ਅਪਣਾ ਲੈਂਦੇ ਹਾਂ। ਪਰ ਮੈਨੂੰ ਇੰਜ ਲੱਗਦਾ ਕਿ ਅੱਜ ਸਾਡੇ ਕੋਲ ਇੰਟਰਨੈਟ, ਮੀਡੀਆ, ਟੀਵੀ ਚੈਨਲ, ਰੇਡੀਓ ਚੈਨਲ, ਅਖਬਾਰਾਂ, ਬਹੁਤ ਕੁਝ ਹੈ ਸਾਡੇ ਕੋਲ, ਪਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜਿਹੜੀ ਅਸੀਂ ਪਹਿਲਾਂ ਇੱਕ ਦਿਨ ਗੱਲ ਕੀਤੀ ਸੀ ਦਿੱਲੀ ਦੰਗਿਆਂ ਦੇ ਬਾਰੇ, ਉਹ ਸ਼ਬਦ ਵਰਤਦੇ ਹਾਂ, ਤਾਂ ਮੇਰੇ ਖਿਆਲ ਦੇ ਨਾਲ ਉਹ ਵੀ ਜਿਹੜੀ ਅਸੀਂ ਨਸਲਕੁਸ਼ੀ ਸ਼ਬਦ ਦੇ ਵਿੱਚ ਨਾ ਪਰਿਭਾਸ਼ਿਤ ਕਰ ਸਕੇ। ਇਸੇ ਤਰ੍ਹਾਂ ਇਹ ਜਿਹੜੀਆਂ ਟਰਮ ਸੀਗੀਆਂ ਜਾਂ ਇਹ ਸ਼ਬਦਾਵਲੀਆਂ ਜਾਂ ਇਹ ਪਰਿਭਾਸ਼ਾਵਾਂ ਜਿਹੜੀਆਂ ਸੀਗੀਆਂ, ਇਹ ਸਟੇਟ ਵੱਲੋਂ ਵਰਤੀਆਂ ਗਈਆਂ। ਪਰ ਮੈਨੂੰ ਦੁੱਖ ਇਸ ਗੱਲ ਦਾ ਹੁੰਦਾ ਹੈ ਕਿ ਇੰਨੀ ਜਾਗਰੂਕਤਾ, ਇੰਨਾ ਮੀਡੀਆ, ਇੰਨਾ ਸਾਡੇ ਕੋਲ ਅੱਜ ਸਾਧਨ, ਇਹਦੇ ਬਾਵਜੂਦ ਵੀ ਅਸੀਂ ਜਿਹੜੀ ਟਰਮੀਨੋਲੋਜੀ ਸੀ, ਜਿਹੜੀਆਂ ਪਰਿਭਾਸ਼ਾਵਾਂ ਸੀਗੀਆਂ, ਇਹ ਕੌਮੀ ਤੱਕ ਕਿਉਂ ਨਾ ਲੈ ਸਕੇ। ਵੇਖੋ, ਸਿੱਖਾਂ ਦੀਆਂ ਜੰਗਾਂ ਹੋਈਆਂ, ਅਸੀਂ ਥੋੜਾ ਪਿਛੋਕੜ ਤੋਂ ਸ਼ੁਰੂ ਕਰ ਲੈਂਦੇ ਹਾਂ।
ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਹੈ, ਸ਼ਬਦ ਵਰਤਿਆ ਜਾਂਦਾ ਹੈ ਸਾਕਾ। ਉਸ ਤੋਂ ਬਾਅਦ ਸਾਕਾ ਚਮਕੌਰ ਤੇ ਸਾਕਾ ਸਰਹੰਦ, ਹਾਂਜੀ, ਇਹਨਾਂ ਵਾਸਤੇ ਸਾਕਾ ਸ਼ਬਦ ਵਰਤਿਆ ਜਾਂਦਾ ਹੈ। ਉਸ ਤੋਂ ਬਾਅਦ ਜੇ ਗੜੀਆਂ ਦੀ ਲੜਾਈ ਹੁੰਦੀ ਹੈ ਤੇ ਚਮਕੌਰ ਦੀ ਗੜੀ ਦੀ ਲੜਾਈ, ਸਾਰਾ ਗੜੀ ਦੀ ਲੜਾਈ, ਗੁਰਦਾਸ ਨੰਗਲ ਦੀ ਗੜੀ, ਇਹ ਗੜੀਆਂ ਨੇ ਜਿਨ੍ਹਾਂ 'ਚ ਗੜੀਆਂ 'ਚ ਲੜਾਈ ਹੁੰਦੀ ਹੈ। ਕਿਉਂਕਿ ਛੋਟੇ ਕਿਲੇ ਨੇ ਸਿੱਖਾਂ ਨੇ ਕਦੀ ਇਹ ਪ੍ਰੈਜ਼ੈਂਟ ਨਹੀਂ ਕੀਤਾ ਕਿਸੇ ਬਹੁਤ ਵੱਡੇ ਕਿਲਿਆਂ ਚੜ੍ਹੇ, ਸੱਚਾਈ ਦੇ ਨੇੜੇ ਰੱਖਿਆ। ਅੱਛਾ, ਉਸ ਤੋਂ ਬਾਅਦ 1743 ਤੇ 1765 ਦੇ ਵਿੱਚ ਸਿੱਖਾਂ ਦੇ ਉੱਪਰ ਘੱਲੂਘਾਰਾ ਵਾਪਰਦਾ ਹੈ। ਪਹਿਲੇ ਨੂੰ ਛੋਟਾ ਘੱਲੂਘਾਰਾ ਕਿਹਾ ਜਾਂਦਾ, ਦੂਜੇ ਨੂੰ ਵੱਡਾ ਘੱਲੂਘਾਰਾ ਕਿਹਾ ਜਾਂਦਾ। ਹੁਣ ਛੋਟੇ ਤੇ ਵੱਡੇ ਘੱਲੂਘਾਰਿਆਂ ਦੇ ਵਿੱਚ ਜਦੋਂ ਇਸਲਾਮੀ ਸਟੇਟ ਤੋਂ ਰਾਜੇ ਆ ਰਹੇ ਨੇ ਸਿੱਖਾਂ ਨੂੰ ਖਤਮ ਕਰਨ ਦੇ ਵਾਸਤੇ, ਤਾਂ ਉਹ ਲੋਕਾਂ ਨੂੰ ਇਕੱਠੇ ਕਰਦੇ ਆ ਰਹੇ ਨੇ ਕਿ ਅਸੀਂ ਜਹਾਦ ਦੇ ਵਾਸਤੇ ਜਾ ਰਹੇ ਹਾਂ। ਤੇ ਜਹਾਦ ਦਾ ਭਾਵ ਹੈ ਕਿ ਜਿਹੜੇ ਲੋਕ ਇਸਲਾਮ ਦੇ ਝੰਡੇ ਥੱਲੇ ਨਹੀਂ ਆਉਂਦੇ ਉਹਨਾਂ ਨੂੰ ਖਤਮ ਕਰ ਦੇਣਾ। ਤੇ ਉਸ ਵੇਲੇ ਸਾਰੀ ਏਸ਼ੀਆ ਦੇ ਵਿੱਚ ਕੇਵਲ ਤੇ ਕੇਵਲ ਇੱਕ ਸਿੱਖ ਐਸੀ ਤਾਕਤ ਹੈ। ਮਰਾਠੇ ਵੀ ਦੱਬੇ ਜਾ ਚੁੱਕੇ ਸੀ, ਹਿੰਦੂਤਵ ਤਾਂ ਪਹਿਲਾਂ ਹੀ ਦੱਬਿਆ ਜਾ ਚੁੱਕਾ ਸੀ, ਬਾਬਰ ਦੇ ਆਉਣ ਦੇ ਸਮੇਂ ਹਿੰਦੂਤਵ ਨੇ ਮੁੜ ਕੇ ਸਿਰ ਨਹੀਂ ਚੁੱਕਿਆ। ਮਰਾਠੇ ਵੀ ਦੱਬੇ ਜਾ ਚੁੱਕੇ ਸੀ, ਰਾਜਪੂਤ ਦੱਬੇ ਜਾ ਚੁੱਕੇ ਸੀਗੇ, ਬੰਗਾਲੀ ਬਿਹਾਰੀ ਦੱਬੇ ਜਾ ਚੁੱਕੇ ਸੀ, ਕਿਸੇ ਨੇ ਸਿਰ ਨਹੀਂ ਚੁੱਕਿਆ। ਇਸ ਸਮੇਂ ਦੇ ਦੌਰਾਨ ਜੇਕਰ ਕੋਈ ਸਿਰ ਚੁੱਕਦਾ ਹੈ ਅਬਦਾਲੀ ਦੇ ਅੱਗੇ ਤੇ ਨਾਦਰ ਸ਼ਾਹ ਦੇ ਅੱਗੇ, ਕੇਵਲ ਸਿੱਖ ਕੌਮ ਹੈ। ਹੁਣ ਉਹਨਾਂ ਵੱਲੋਂ ਨਾਰਾ ਹੈ ਕਿ ਅਸੀਂ ਜਹਾਦ ਦੇ ਰੂਪ ਦੇ ਵਿੱਚ ਸਿੱਖਾਂ ਨੂੰ ਖਤਮ ਕਰਨ ਵਾਸਤੇ ਜਾ ਰਹੇ ਹਾਂ। ਤੇ ਜਦੋਂ ਜਹਾਦ ਦੇ ਰੂਪ ਚ ਸਿੱਖਾਂ ਨੂੰ ਖਤਮ ਕਰਨ ਵਾਸਤੇ ਆਉਂਦੇ ਨੇ ਤੇ ਸਿੱਖ ਕਦੀ ਵੀ ਇਹ ਟਰਮ ਯੂਜ਼ ਨਹੀਂ ਕਰਦੇ ਕਿ ਜਹਾਦ ਦੇ ਵਿੱਚ ਇੰਨੇ ਸਿੱਖ ਕਤਲ ਹੋਏ, ਕਿਉਂਕਿ ਜਹਾਦ ਉਹਨਾਂ ਦੀ ਸ਼ਬਦਾਵਲੀ ਸੀ। ਸਿੱਖਾਂ ਨੇ ਆਪਣੇ ਨਵੇਂ ਸ਼ਬਦ ਨੂੰ ਘੜਿਆ ਘੱਲੂਘਾਰਾ, ਔਰ ਘੱਲੂਘਾਰੇ ਦੀ ਉਹਨਾਂ ਵਿਆਖਿਆ ਇਹ ਦਿੱਤੀ ਕਿ ਉਹ ਲੜਾਈਆਂ ਜੰਗਾਂ ਸਿੰਘਾਂ ਨੇ ਹੋਰ ਵੀ ਪੜੀਆਂ। ਮੁਦਕੀ ਦੀ ਜੰਗ ਨੂੰ ਘੱਲੂਘਾਰਾ ਨਹੀਂ ਕਹਿੰਦੇ ਸਿੱਖ ਦੀ, ਸਭਰਾਵਾਂ ਦੀ ਜੰਗ ਨੂੰ ਘੱਲੂਘਾਰਾ ਨਹੀਂ ਕਹਿੰਦੇ, ਚਮਕੌਰ ਦੀ ਜੰਗ ਨੂੰ ਘੱਲੂਘਾਰਾ ਨਹੀਂ ਕਹਿੰਦੇ, ਅਨੰਦਪੁਰ ਸਾਹਿਬ ਦੀ ਜੰਗ ਨੂੰ ਘੱਲੂਘਾਰਾ ਨਹੀਂ ਕਹਿੰਦੇ। ਘੱਲੂਘਾਰਾ ਸ਼ਬਦ ਉਹਨਾਂ ਉੱਥੇ ਵਰਤਿਆ ਜਿੱਥੇ ਕੌਮ ਦੇ ਇੱਕ ਅੰਸ਼ ਨੇ ਹਥਿਆਰਬੰਦ ਸੰਘਰਸ਼ ਕੀਤਾ ਤੇ ਉਹਨੂੰ ਖਤਮ ਕਰਨ ਦੀ ਆੜ ਦੇ ਵਿੱਚ ਸਮੁੱਚੀ ਬੇਗੁਨਾਹ ਕੌਮੀਅਤ ਨੂੰ ਖਤਮ ਕੀਤਾ ਗਿਆ। ਤੀਸਰਾ ਇਹ ਘੱਲੂਘਾਰਾ ਸੀ ਜਿੱਥੇ ਸੰਤ ਜਰਨੈਲ ਸਿੰਘ ਦੀ ਅਗਵਾਈ ਦੇ ਵਿੱਚ ਕੌਮ ਦਾ ਇੱਕ ਅੰਸ਼ ਹਥਿਆਰਬੰਦ ਸੰਘਰਸ਼ ਕਰਦਾ ਹੈ, ਪਰ ਉਹਨੂੰ ਕਤਲ ਕਰਨ ਜਾਂ ਉਹਨੂੰ ਖਤਮ ਕਰਨ ਦੀ ਆੜ ਦੇ ਵਿੱਚ ਹਰਿਮੰਦਰ ਸਾਹਿਬ ਵਿੱਚ ਗਏ ਬੇਗੁਨਾਹ ਸ਼ਰਧਾਲੂ ਨੂੰ ਹਜ਼ਾਰਾਂ ਦੀ ਗਿਣਤੀ 'ਚ ਕਤਲ ਕਰ ਦਿੱਤਾ ਜਾਂਦਾ। ਉੱਥੇ ਟਰਮ ਬਣਦੀ ਹੈ ਘੱਲੂਘਾਰਾ। ਇਹ ਦੇਖੋ ਡਾਕਟਰ ਸਾਹਿਬ ਕਿੰਨੀ ਐਡਵਾਂਸ ਸੋਚ ਸੀ ਪੁਰਾਤਨ ਸਿੱਖਾਂ ਨੇ, ਜਿਨ੍ਹਾਂ ਨੇ ਜਦੋਂ ਆਪਣੇ ਕਤਲੇਆਮ ਨੂੰ ਉਸੇ ਟਾਈਮ ਘੱਲੂਘਾਰੇ ਦਾ ਨਾਂ ਦਿੱਤਾ ਤੇ ਆਪਣੀ ਅੱਜ ਦੀ ਐਡਵਾਂਸ ਪੀੜ੍ਹੀ ਵੀ ਅਜੇ ਵੀ ਲੋਕਾਂ ਨੂੰ ਦੱਸ ਨਹੀਂ ਸਕੇ। ਆਪਾਂ ਇਹ ਚਰਚਾ ਇਸੇ ਤਰ੍ਹਾਂ ਹੀ ਅਸੀਂ ਜਾਰੀ ਰੱਖਾਂਗੇ ਥੋੜੀ ਜਿਹੀ ਬ੍ਰੇਕ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।